बोल श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है माणिक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच बेकार तिन संतन को बंदना सिर चरणन बरतार एक ओंकारा सतगुरु तिह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए। सतनाम श्री वाहिगुरु साहिब जी लखनऊ सारदसी लवपुर वारदसी हाजीपुर हंसनेसी रूपा रूप जानिए कर का ऐराक उडगन सी ऐरान रूरी फटक सी फरकाबाद बिसद बखानिए लखनऊ सारदसी लवपुर वारदसी। वाहिगुरु जी का खालसा वाहिगुरु जी की फतेह। सतगुरु धन धन श्री गुरु नानक देव साहिब जी महाराज धन धन श्री गुरु गोबिंद सिंह साहिब जी महाराज धन धन श्री गुरु ग्रंथ साहिब जी महाराज सतगुरु जी की साजी नवाजी गुरु रूप गुरु प्यारी साध संगत जीओ आप जी वड्डियां भागां वाले वडभागी हो जो धन धन श्री गुरु ग्रंथ साहिब महाराज जी के दर्शन करके संध्या के समय तो बेअंत संगतां ने हाजरियां भर के गुरु महाराज जी की खुशियां बरामद कीतियां हन। सतगुरु जी की धुर की बाणी के जाप होए हैं आप संगतां ने सरवण कीते अरदास होई पावन पवित्र हुक्मनामे सरवण कीते हन। सो गुरु प्यारी साध संगत जी जो गुरु महाराज जी की कृपा सदका आपां गुरु नानक साहिब की कथा सरवण कर रहे हाँ उस कथा का समा होया है। जिवें भाई संतोख सिंह जी ने इतिहास के संबंध विच जो स्रोते सुन रहे सी उन्होंने जो संसा होया वो संसे की निवृत्ति करने वास्ते इस प्रसंग विच विस्तार किया समझाया बुझाया ते नाल दी नाल दसिया भी जो गुरु नानक साहिब महाराज जी हैं उन्हां दी जिहड़ी कीर्ति वडियाई बहुत महान है। सूरजवत निंदक लोग उल्लूआं वर्गे जिवें उल्लूआं नूं दुख हुंदा है सूरज चढ़े ते इस तरह ही वो कहते हैं कि सूरज बहुत माड़ा है सानू अन्या करता है पर वो सूरज की जिहड़ी वडियाई है प्रकाश है रोशनी घटती कोई नहीं है। इस तरह ही गुरु नानक साहिब महाराज हैं सूरज वांग ज्ञान का प्रकाश करने वाले निंदक लोग उल्लूआं वर्गे किन्ना भी गुरु साहिब जी नूं माड़ा कहण पर महाराज जी की कीर्ति घट नहीं सकती और सगों दून सवाई वाधी है होर हो रही है। भाई संतोख सिंह जी ने फिर बड़े सोहने छंदाबंदी विच जिथे जिथे भी गुरु नानक साहिब जी गए अपनी कीर्ति फैलाई
ਤੇ ਸੰਸਾਰ ਵਿੱਚ ਜਿੰਨੀਆਂ ਚਿੱਟੀਆਂ ਚੀਜ਼ਾਂ ਹਨ, ਉਸ ਸਫੈਦ ਰੰਗ ਨਾਲ ਮਹਾਰਾਜ ਜੀ ਦੀ ਕੀਰਤੀ ਦੀ ਤੁਲਨਾ ਕਰਕੇ ਦ੍ਰਿਸ਼ਟਾਂਤ ਦੇ ਕੇ ਸਾਨੂੰ ਜਿਹੜਾ ਹੈ ਪ੍ਰਮਾਣ ਰੂਪ ਦੱਸਿਆ। ਨਾਲ ਦੀ ਨਾਲ ਇਸ਼ਾਰੇ ਦੱਸੇ ਹੈ ਵੀ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਗਏ, ਉਹ ਕਥਾ ਦੇ ਪ੍ਰਸੰਗ ਵੀ ਨਾਲ ਦੀ ਨਾਲ ਇਹ ਸਾਰੇ ਆ ਹੀ ਜਾਣੇ ਹਨ। ਮਹਾਰਾਜ ਜੀ ਦੀ ਜਿਹੜੀ ਕੀਰਤੀ ਹੈ ਸਾਰੇ ਇਲਾਕਿਆਂ ਵਿੱਚ ਕਿਵੇਂ ਫੈਲ ਰਹੀ ਹੈ, ਕਿਵੇਂ ਫੈਲੀ, ਕਿਵੇਂ ਭੁੱਲੇ ਭਟਕਿਆਂ ਨੂੰ ਸਿੱਧੇ ਰਸਤੇ ਪਾਇਆ, ਉਹ ਸਭ ਆਪਾਂ ਕੱਲ੍ਹ ਸਰਵਣ ਕਰ ਹੀ ਲਿਆ ਵਿਸਥਾਰ ਨਾਲ। ਨਾਲ ਦੀ ਨਾਲ ਸਰੋਤਿਆਂ ਦਾ ਸੰਸਾ ਦੂਰ ਕੀਤਾ ਕਿ ਜੋ ਸੰਸਾ ਹੋਇਆ ਸੀ ਵੀ ਮਹਾਰਾਜ ਜੇ ਮਹਾਨ ਹੈ ਤਾਂ ਭਾਈ ਸੰਤੋਖ ਸਿੰਘ ਜੀ ਸਾਨੂੰ ਕੋਈ ਪ੍ਰਮਾਣ ਦਿਓ। ਉਹਨਾਂ ਦੱਸਿਆ ਵੀ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ, ਉਸ ਦੇ ਰਾਹੀਂ ਉਸ ਦੀ ਗਵਾਹੀ ਹੈ। ਫਿਰ ਭਾਈ ਗੁਰਦਾਸ ਜੀ ਦੀਆਂ ਜਿਹੜੀਆਂ ਵਾਰਾਂ ਹੈ, ਉਹਨਾਂ ਵਿੱਚ ਕਈ ਥਾਵਾਂ 'ਤੇ ਮਹਾਰਾਜ ਜੀ ਨੂੰ ਪਰਮੇਸ਼ਰ ਰੂਪ ਲਿਖਿਆ ਹੈ। ਫਿਰ ਕਬਿੱਤ ਸਵਈਆਂ 'ਚ ਵੀ ਆਉਂਦਾ ਹੈ ਬਚਨ। ਅਤੇ ਨਾਲ ਹੀ ਜੋ ਭਾਈ ਮਣੀ ਸਿੰਘ ਜੀ ਗੁਰੂ ਘਰ ਦੇ ਵਿੱਚ ਬਹੁਤ ਤਗੜੇ ਸੇਵਾਦਾਰ ਹੋਏ ਹੈ, ਉਹਨਾਂ ਨੇ ਵੀ ਜੋ ਭਾਈ ਗੁਰਦਾਸ ਜੀ ਦੀ ਵਾਰ ਦਾ ਟੀਕਾ ਕੀਤਾ, ਪਹਿਲੀ ਵਾਰ ਦਾ ਸਾਖੀਆਂ ਦੇ ਰਾਹੀਂ, ਇਤਿਹਾਸ ਦੇ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਗੁਮਾ ਜਣਾਈ ਹੈ, ਉਹ ਸਾਰੇ ਪ੍ਰਮਾਣ ਦਿੰਦੇ ਹੋਏ ਭਾਈ ਸੰਤੋਖ ਸਿੰਘ ਜੀ ਸਰੋਤੇ ਜਨਾਂ ਦੀ ਸ਼ੰਕਾ ਨਿਵਰਤ ਕਰ ਰਹੇ ਹਨ। ਕਿਉਂਕਿ ਬਹੁਤ ਵੱਡਾ ਗੁਣ ਹੁੰਦਾ ਹੈ ਵੀ ਕਿਸੇ ਨੂੰ ਜੇ ਕੋਈ ਗੱਲ ਸੁਣਾਉਣੀ, ਉਹਦੇ ਨਾਲ ਨਾਲ ਭਰਮ ਦੀ ਨਿਵਰਤੀ ਕਰਾਉਣੀ, ਇਹ ਮਹਾਨ ਭਗਤੇ ਦੀ ਨਿਸ਼ਾਨੀ ਹੈ। ਇਹੀ ਇਤਿਹਾਸ ਭਾਈ ਸੰਤੋਖ ਸਿੰਘ ਜੀ ਅੱਗੋਂ ਲਿਖਣ ਵਾਸਤੇ ਵੀ ਮਹਾਰਾਜ ਜੀ ਨੇ ਕਿਵੇਂ ਉਦਾਸੀਆਂ ਕੀਤੀਆਂ, ਉਹ ਸਾਰਾ ਵਿਸਥਾਰ ਕਰਨ ਵਾਸਤੇ ਇਹ ਸਾਰਾ ਭਰਮ ਦੂਰ ਕੀਤਾ ਵੀ ਸਰੋਤੇ ਜਦੋਂ ਮੈਂ ਫਿਰ ਇਤਿਹਾਸ ਅੱਗੋਂ ਸੁਣਾਵਾਂਗਾ, ਪਹਿਲਾਂ ਤੁਹਾਡਾ ਸੰਸਾ ਨਿਵਰਤ ਕਰਾਂਗਾ। ਇੰਨਾ ਕੁਝ ਕੀਤਾ ਹੈ। ਇਹ ਇਤਿਹਾਸ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਪ੍ਰੇਮ ਨਾਲ ਜਾਂ ਸਰਵਣ ਕਰਦੇ ਹਾਂ, ਫਿਰ ਸਮਝ ਪੈਂਦੀ ਹੈ ਕਿ ਭਾਈ ਸੰਤੋਖ ਸਿੰਘ ਜੀ ਦੀ ਗੁਰੂ ਮਹਾਰਾਜ ਦਸਾਂ ਪਾਤਸ਼ਾਹੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉੱਪਰ, ਗੁਰੂ ਕੇ ਸਿੱਖਾਂ ਉੱਪਰ ਕਿੰਨੀ ਅਥਾਹ ਸ਼ਰਧਾ ਸੀ। ਜਿਹੜੇ ਲੋਕ ਇਸ ਇਤਿਹਾਸ ਨੂੰ ਮਾੜਾ ਕਹਿੰਦੇ ਹੈ, ਉਹਨਾਂ ਲੋਕਾਂ ਨੇ ਐਸੇ ਐਸੇ ਭਿਆਨਕ ਨਰਕਾਂ 'ਚ ਦਿਨ ਕੱਟਣੇ ਹੈ, ਜਿਹੜੇ ਉਹਨਾਂ ਦੇ ਪ੍ਰਚਾਰਾਂ ਨੂੰ ਸੁਣ ਸੁਣ ਕੇ ਵੀ ਆਪਣੇ ਆਪ ਨੂੰ ਮੰਨਦੇ ਵੀ ਹੀ ਪਤਾ ਨਹੀਂ ਸਿੱਧੇ ਰਾਹਾਂ 'ਤੇ ਪੈ ਗਈਆਂ, ਸਾਡੀਆਂ ਤੇ ਅੱਖਾਂ ਖੁੱਲ੍ਹ ਗਈਆਂ। ਉਹਨਾਂ ਲੋਕਾਂ ਦਾ ਵੀ ਨਾਲ ਦੀ ਨਾਲ ਹੀ ਉਹ ਵੀ ਨਰਕ ਦੇ ਭਾਗੀ ਹੋਣਗੇ, ਕਿਉਂਕਿ ਸੰਤਾਂ ਮਹੰਤਾਂ ਦੀ ਕਮਾਈ ਹੁੰਦੀ ਹੈ। ਇਹ ਪੜ੍ਹੇ ਲਿਖਿਆਂ ਦੀ ਪੜ੍ਹਾਈ ਨਹੀਂ ਹੈ, ਕੋਈ ਗੁਰੂ ਘਰ ਦੀ ਜਿਹੜੀ ਕੋਈ ਕਥਾ ਕਰਨੀ ਹੈ ਜਾਂ ਕੋਈ ਗੁਰੂ ਘਰ ਜੀ ਦੀ ਸੇਵਾ ਨੂੰ ਸਮਝਣਾ ਹੈ, ਇਹ ਪੜ੍ਹਿਆ ਲਿਖਿਆਂ ਦਾ ਕੰਮ ਨਹੀਂ ਹੈ। ਇਹ ਹੈ ਜਿਹੜੇ ਗੁਰੂ ਘਰ ਵਿੱਚ ਆ ਕੇ ਨਿਮਰਤਾ ਰੱਖਦੇ ਹੈ, ਨੀਵੇਂ ਰਹਿੰਦੇ ਹੈ, ਉਹੀ ਪਾਰ ਉਤਾਰਾ ਉਹਨਾਂ ਦਾ ਹੁੰਦਾ, ਉਹੀ ਪਾਰ ਲੰਘਦੇ ਹੈ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਸੁਣਿਆ ਪਰਮਗਤ ਪਾਵੈ। ਭਾਵੇਂ ਉਹ ਪੜ੍ਹਿਆ ਹੋਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ, ਭਾਵੇਂ ਉਹ ਨਾ ਹੀ ਪੜ੍ਹਿਆ ਹੋਵੇ, ਉਹ ਅੰਤ ਨੂੰ ਪਰਮ ਗਤੀ ਨੂੰ ਪਾ ਲੈਂਦਾ, ਕੇਵਲ ਮੁਕਤੀ ਨੂੰ। ਬਾਕੀ ਜੇ ਕੋਈ ਬਹੁਤ ਜ਼ਿਆਦਾ ਪੜ੍ਹਿਆ ਹੈ, PhD ਕੀਤੀ ਹੈ, ਦੇਸ਼ਾਂ ਵਿਦੇਸ਼ਾਂ ਕੈਨੇਡਾ ਅਮਰੀਕਾ 'ਚ ਪੜ੍ਹਿਆ ਹੋਇਆ ਹੈ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਕੋਈ ਸਿਧਾਂਤ ਨਹੀਂ ਸਮਝਦਾ ਜਾਣਦਾ, ਇਤਿਹਾਸ 'ਤੇ ਟਿੱਪਣੀਆਂ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਤੇ ਟਿੱਪਣੀਆਂ ਕਰਦਾ ਹੈ, ਉਹ ਪੜ੍ਹਿਆ ਵੀ ਅਨਪੜ੍ਹਿਆ ਹੀ ਹੈ ਅਤੇ ਅੰਤ ਨੂੰ ਉਹ ਦੁਖੀ ਹੋਊਗਾ। ਇੱਥੇ ਇਤਿਹਾਸ ਵਿੱਚ ਵੀ ਵੇਖ ਲਓ ਆਇਆ ਹੀ ਹੈ ਕਿ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਆਮ ਇਨਸਾਨ ਸਮਝਦੇ ਹੈ ਵੀ ਮਹਾਰਾਜ ਤੇ ਸਾਡੇ ਵਾਂਗ ਹੀ ਆਏ ਸੀ ਅਤੇ ਚਲੇ ਗਏ, ਉਹ ਬਹੁਤ ਔਖੇ ਹੋਣਗੇ ਇੱਕ ਦਿਨ। ਇੱਥੇ ਵੀ ਔਖੇ ਹੋ ਕੇ ਮਰਨਾ ਨਾ, ਅਗਲੇ ਪਾਸੇ ਵੀ ਬਹੁਤ ਨਰਕਾਂ 'ਚ ਦੁੱਖ ਪਾਉਣਗੇ। ਅੱਜ ਉਹ ਇਤਿਹਾਸ 'ਚ ਸਾਰੀ ਵਿਚਾਰ ਆ ਜਾਣੀ ਹੈ। ਪਿੱਛੇ ਵੀ ਕਵੀ ਜੀ ਨੇ ਜਣਾ ਹੀ ਦਿੱਤਾ ਹੈ
ਕਿ ਜਿਹੜੇ ਉੱਲੂ ਹੈ ਨਿੰਦਕ ਲੋਕ ਮਹਾਰਾਜ ਜੀ ਦੀ ਮਹਿਮਾ ਨੂੰ ਨਹੀਂ ਜਾਣਦੇ, ਉਹ ਗੁਰੂ ਨਾਨਕ ਸਾਹਿਬ ਜੀ ਨੂੰ ਨਿੰਦਦੇ ਭੰਡਦੇ ਆ ਤਰਲੋਚਨੀ ਨਰੰਜਣੀਏ ਵਾਂਗ। ਫਿਰ ਉਹਨਾਂ ਦੀ ਹਾਲਤ ਬਹੁਤ ਬੁਰੀ ਹੋਊਗੀ। ਬੁਰੀ ਹਾਲਤ ਤੋਂ ਬਾਅਦ ਜਨਮ ਲੈਣਗੇ, ਅਤੇ ਜਨਮ ਕਾਹਦਾ ਮਿਲੂਗਾ? ਟੇਢੀਆਂ ਜੂਨਾਂ ਦਾ। ਪਹਿਲਾਂ ਤਾਂ ਪਤਾ ਹੈ ਕੋਈ ਨਹੀਂ ਕਿੰਨਾ ਚਿਰ ਨਰਕਾਂ 'ਚ ਪੈ ਰਹਿਣਾ ਹੈ, ਫਿਰ ਟੇਢੀਆਂ ਜੂਨਾਂ 'ਚ ਪੈਣਾ ਹੈ, ਜਨਮ ਫਿਰ ਨਹੀਂ ਮਿਲਣਾ ਹੈ। ਕਿਉਂਕਿ ਮਹਾਰਾਜ ਦੀ ਮੌਜ ਹੈ, ਜਨਮ ਦੇਣ ਨਾ ਦੇਣ, ਅਤੇ ਬਖਸ਼ਿਆ ਬੁਖਸ਼ਿਆ ਕੋਈ ਨਹੀਂ ਜਾਣਾ ਹੈ। ਕਿਉਂਕਿ ਸਤਿਗੁਰੂ ਜੀ ਤੇ ਕਹਿ ਰਹੇ ਆ ਵੀ ਨਿੰਦਾ ਭਲੀ ਕਿਸੇ ਕੀ ਨਾਹੀਂ, ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਹੈ। ਅਤੇ ਹੁਣ ਜਿਹੜਾ ਬੰਦਾ ਕਿਸੇ ਕੌਡੀ ਦਾ ਨਾ ਹੋਵੇ ਅਤੇ ਸਿੱਧਾ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ, ਦਸਾਂ ਗੁਰੂ ਸਾਹਿਬਾਨਾਂ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿੰਦੀ ਭੰਡੀ ਜਾਵੇ, ਫਿਰ ਉਹਦਾ ਬਚਾਅ ਕਿੱਥੇ ਹੋਣਾ? ਅੱਜ ਜਿਹੜੇ ਲੋਕ ਹੁਣ ਵੀ ਠੀਕ ਹੈ ਕਿਸੇ ਜਿਹਦੇ ਕੇਸ ਨਹੀਂ ਹਨ ਤਾਂ ਵੀ ਕੋਈ ਗੱਲ ਨਹੀਂ ਹੈ, ਪਰ ਜਿਹੜਾ ਇੱਕ ਤਾਂ ਕੇਸ ਨਾ ਹੋਣੇ, ਦਾੜਾ ਨਾ ਹੋਣਾ, ਫਿਰ ਗੱਲਾਂ ਕਰਨੀਆਂ ਗੁਰੂ ਕੇ ਅੰਮ੍ਰਿਤ ਨੂੰ। ਆਖੇ ਜੀ ਅੰਮ੍ਰਿਤ ਕੋਈ ਬਹੁਤ ਜ਼ਰੂਰੀ ਹੈ, ਅੰਮ੍ਰਿਤ ਛਕ ਛਕ ਕੇ ਲੋਕ ਕੀ ਕਰਨ ਦੇ ਕੰਮ, ਅਤੇ ਉਹ ਕੋਈ ਜਿਹੜੇ ਦੋ ਚਾਰ ਮਾੜੀਆਂ ਰੂਹਾਂ ਉਹਨਾਂ ਵੱਲ ਇਸ਼ਾਰਾ ਜਿਹਾ ਕਰਕੇ ਆਪ ਮੁਨਕਰ ਹੋਣਾ ਵੀ ਅੰਮ੍ਰਿਤ ਛਕਣ ਦੀ ਕੋਈ ਜ਼ਰੂਰਤ ਨਹੀਂ ਹੈ, ਸਿੱਖੀ ਦੇ ਅੰਦਰ ਦੀ ਚਾਹੀਦੀ ਹੈ। ਕਿਉਂਕਿ ਬਹੁਤ ਜ਼ਿਆਦਾ ਬੋਲ ਬਾਲਾ ਹੁਣ ਇਹੀ ਹੈ ਅੰਦਰ ਦੀ ਸਿੱਖੀ ਦਾ ਹੀ। ਉਹ ਲੋਕ ਆਪਣੇ ਆਪ ਨੂੰ ਦਸਵੇਂ ਪਾਤਸ਼ਾਹ ਮਹਾਰਾਜ ਜੀ ਤੋਂ ਵੱਡੇ ਸਮਝਦੇ ਹੈ, ਅਤੇ ਫਿਰ ਉਹਨਾਂ ਨੂੰ ਜਦੋਂ ਮਾਰ ਪੈਣੀ ਹੈ ਤਾਂ ਫਿਰ ਕਿਸੇ ਨੇ ਬਚਾਉਣਾ ਵੀ ਕੋਈ ਨਹੀਂ ਹੈ। ਮਾਰ ਤਾਂ ਪੈਣੀ ਪੈਣੀ ਹੈ। ਜਿਸ ਅੰਮ੍ਰਿਤ ਨੂੰ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਆ ਹੈ ਅਤੇ ਉਹ ਅਸੀਂ ਛਕਣ ਨੂੰ ਤਿਆਰ ਨਹੀਂ ਹੈ। ਚਲੋ ਨਹੀਂ ਛਕਣਾ ਤਾਂ ਵੀ ਕੋਈ ਗੱਲ ਨਹੀਂ, ਪਰ ਜਿਹੜਾ ਉਂਗਲਾਂ ਕਰ ਕਰ ਕਹਿਣਾ ਵੀ ਅੰਮ੍ਰਿਤ ਛਕਿਆ ਕੋਈ ਜ਼ਰੂਰੀ ਹੈ, ਸਿੱਖੀ ਅੰਦਰ ਦੀ ਚਾਹੀਦੀ ਹੈ, ਉਹ ਤਾਂ ਦੋ ਔਖੇ ਹੋਣੇ ਹੀ ਹੋਣੇ। ਕਿਉਂਕਿ ਦਸਵੇਂ ਪਾਤਸ਼ਾਹ ਮਹਾਰਾਜ ਜੀ ਤੋਂ ਕੋਈ ਵੱਡਾ ਨਹੀਂ ਹੈ ਇੱਥੇ ਸਾਡੇ ਵਿੱਚ, ਨਾ ਕੋਈ ਸਿੱਖ ਹੈਗਾ ਅਤੇ ਨਾ ਕੋਈ ਮੰਨੇ ਆਪਣੇ ਆਪ ਨੂੰ। ਸਿੱਖੀ ਦੇ ਬਹੁਤ ਸਾਧ ਸੰਗਤ ਜੀ ਕੱਟੜ ਰਸਤਾ ਉਸਤੇ ਚੱਲਣ ਵਾਲਾ, ਖੰਨਿਓਂ ਤਿੱਖੀ ਬਹੁਤ ਭੀਣੀ, ਖੰਡੇ ਦੀ ਧਾਰ ਨਾਲੋਂ ਤਿੱਖੀ ਹੈ, ਬਹੁਤ ਜ਼ਿਆਦਾ ਬਰੀਕ। ਫਿਰ ਅਸੀਂ ਕਿੱਧਰ ਦੇ ਸਿੱਖ ਹਾਂ? ਅੰਦਰ ਦੀ ਸਿੱਖੀ, ਅੰਦਰ ਦੀ ਸਿੱਖੀ, ਇਹ ਪਤਾ ਨਹੀਂ ਸਾਡਾ ਕੀ ਬੋਲ ਬਾਣਾ ਹੈ। ਆਖੇ ਕਈ ਗਾਣੇ ਸੁਣ ਸੁਣ ਕੇ ਉਹ ਲੋਕ ਪ੍ਰਮਾਣ ਦੇ ਦੇਣਗੇ, ਬਾਣੇ ਦੀ ਕੀ ਜ਼ਰੂਰਤ ਜੀ, ਗਾਤਰੇ ਦੀ ਕੀ ਜ਼ਰੂਰਤ ਜੀ, ਆ ਵੇਖੋ ਗਾਣਾ ਆਇਆ, ਲਓ ਕਰ ਲਓ ਗੱਲ। ਮਹਾਰਾਜ ਜੀ ਨੇ ਤਾਂ ਬਾਣੀ ਵਿੱਚ ਪਹਿਲਾਂ ਸਭ ਕੁਝ ਦੱਸਿਆ ਹੋਇਆ ਹੈ, ਅਤੇ ਗਾਣਿਆਂ ਰਾਹੀਂ ਕੀ ਸਮਝਣਾ ਹੈ। ਵਿਚਲੀ ਗੱਲ ਤਾਂ ਇਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਨੀ ਕੋਈ ਨਹੀਂ, ਅਸੀਂ ਕਥਾ ਕੋਈ ਸੁਣਨੀ ਨਹੀਂ ਗੁਰੂ ਘਰ ਵਿੱਚ ਆ ਕੇ, ਅਤੇ ਗਾਣੇ ਅਸੀਂ ਸੁਣਦੇ ਹਾਂ। ਫਿਰ ਗਾਣੇ ਦੀ ਸਮਝ ਤਾਂ ਪੈਣੀ ਹੈ ਵੀ ਅਗਲੇ ਨੇ ਕੀ ਕਿਹਾ ਹੈ। ਫਿਰ ਸਾਨੂੰ ਕਹਿੰਦਾ ਵੀ ਉਹ ਬੰਦਾ ਹੈ ਜਿਹਦਾ ਆਪਣਾ ਕੁਝ ਨਹੀਂ ਹੈ, ਨਾ ਕੇਸ ਨਾ ਦਾੜਾ, ਨਾ ਆਪਣੇ ਔਗਣ ਛੱਡੇ ਹੈ, ਨਾ ਆਪ ਕੁਝ ਕੀਤਾ ਹੈ, ਉਹਨਾਂ ਦੀ ਮੰਨਣ ਨੂੰ ਅਸੀਂ ਤਿਆਰ ਹਾਂ। ਜਿਹੜੇ 1430 ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਉਹ ਬਚਨ ਮੰਨਣ ਨੂੰ ਅਸੀਂ ਬਿਲਕੁਲ ਨਹੀਂ ਤਿਆਰ, ਨਾ ਹੀ ਮੰਨਦੇ ਹਾਂ। ਇਸ ਕਰਕੇ ਇਹਨਾਂ ਗੱਲਾਂ ਤੋਂ ਸੰਕੋਚ ਕਰਕੇ ਰਹਿਣਾ ਚਾਹੀਦਾ। ਉਹ ਨਾਸਤਕ ਵੀ ਠੀਕ ਹੈ ਜਿਹੜਾ ਕੋਈ ਗੁਰੂ ਘਰ 'ਤੇ, ਕੋਈ ਗਿਰਜਾ ਘਰ 'ਤੇ, ਕੋਈ ਮਸੀਤ 'ਤੇ ਟਿੱਪਣੀ ਨਹੀਂ ਕਰਦਾ ਹੈ, ਉਹ ਨਾਸਤਕ ਵੀ ਠੀਕ ਹੈ। ਸਾਡੇ ਇਹੋ ਜਿਹੇ ਝੂਠੇ ਆਸਤਕਾਂ ਨੂੰ, ਜਿਵੇਂ ਉਹ ਵਿਦਵਾਨ ਓਸ਼ੋ ਜੀ ਹੋਏ ਹੈ, ਬਹੁਤ ਮਤਲਬ ਗਿਆਨ ਵਾਲੇ ਸੀ, ਉਹਨਾਂ ਨੇ ਕਿਹਾ ਸੀ ਵੀ ਜਿਹੜਾ ਧਰਮ ਨੂੰ ਜਿਹੜਾ ਡਰ ਹੈ ਉਹ ਨਾਸਤਕ ਲੋਕਾਂ ਤੋਂ ਡਰ ਨਹੀਂ ਹੈ, ਧਰਮ ਨੂੰ ਝੂਠੇ ਆਸਤਕਾਂ ਤੋਂ ਡਰ ਹੈ। ਝੂਠੇ ਆਸਤਕ ਲੋਕ ਉਹੀ ਉਂਗਲਾਂ ਕਰਨਗੇ, ਜਿਹੜਾ ਬਿਲਕੁਲ ਨਾਸਤਕ ਹੈ ਉਹਨੇ ਤਾਂ ਨਾ ਕਿਤੇ ਗੁਰੂ ਘਰ ਆਉਣਾ ਨਾ ਜਾਣਾ, ਉਹਨੇ ਤਾਂ ਗੱਲ ਹੀ ਨਹੀਂ ਕੋਈ ਕਰਨੀ ਇਹੋ ਜਿਹੀ। ਜੇ ਉਹਨੂੰ ਦੁੱਖ ਆ ਗਿਆ ਉਹਨੇ ਤਾਂ ਵੀ ਨਹੀਂ ਕਹਿਣਾ ਹੈ ਕਿ ਮੇਰੇ ਨਾਲ ਰੱਬ ਨੇ ਮਾੜੀ ਕੀਤੀ ਹੈ, ਕਿਉਂਕਿ ਉਹਨੂੰ ਇਹ ਗੱਲ ਦਾ ਪਤਾ ਹੀ ਨਹੀਂ। ਜਿਹੜੇ ਸਾਡੇ ਵਰਗੇ ਕੱਚੇ ਪਿੱਲੇ ਝੂਠੇ ਆਸਤਕ ਹੈ ਨਾ, ਆਉਣ ਜਾਣ ਵਾਲੇ, ਇਹੋ ਹੀ ਲਾਮੇ ਮਾਰਨ ਵਾਲੇ, ਇਹ ਗਾਣਾ ਕੱਢਣ ਵਾਲੇ, ਇਹ ਟਿੱਪਣੀਆਂ ਕਰਨ ਵਾਲੇ ਗੁਰੂ ਘਰ 'ਤੇ, ਆਹ ਨਹੀਂ ਸੀ ਚਾਹੀਦਾ। ਇੱਥੇ ਦੇ ਰੁਮਾਲੇ ਦੀ ਨਹੀਂ ਲੋੜ, ਇੱਥੇ ਏਸੀ ਦੀ ਨਹੀਂ ਲੋੜ, ਇੱਥੇ ਦੁੱਧ ਲੱਸੀ ਦੀ ਨਹੀਂ ਲੋੜ, ਬੜਾ ਕੁਝ ਕਹਿੰਦੇ ਹੋ। ਜਿਹੜੇ ਗੁਰੂ ਘਰ ਦਾ ਖਾਣਾ ਉਸੇ ਨੂੰ ਉਂਗਲਾਂ ਕਰ ਕਰ ਅਤੇ ਗੁਰੂ ਘਰ ਨੂੰ ਭੰਡਣਾ,
ਪਰ ਮਹਾਰਾਜ ਦੀ ਵਡਿਆਈ ਉਸੇ ਤਰ੍ਹਾਂ ਰਹਿਣੀ ਹੈ। ਗੁਰੂ ਜੀ ਦੀ ਕੀਰਤੀ ਵਿੱਚ ਕੋਈ ਫਰਕ ਨਹੀਂ ਪੈਂਦਾ ਹੈ। ਇਹ ਥੋੜ੍ਹੀਆਂ ਗੱਲਾਂ ਵਿਚਾਰਾਂ ਕਰਨ ਦਾ ਮਤਲਬ ਮਕਸਦ ਅੱਜ ਕੱਲ੍ਹ ਬਹੁਤ ਆ ਸਾਧ ਸੰਗਤ ਜੀ, ਬਾਣਾ ਇਹੋ ਹੀ ਚੱਲ ਰਿਹਾ ਲੋਕਾਂ ਦਾ ਬੋਲ ਬਾਣੀ। ਗੁਰੂ ਰਾਮਦਾਸ ਮਹਾਰਾਜ ਜੀ ਦਾ ਐਸਾ ਮਹਾਨ ਘਰ ਹੈ। ਗੁਰਬਾਣੀ 'ਚ ਪ੍ਰਮਾਣ ਵੀ ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ। ਇੰਨਾ ਤਕੜਾ ਪ੍ਰਮਾਣ ਹੈ, ਪਰਮੇਸ਼ਰ ਤੇਰੇ ਘਰ ਵਰਗਾ ਹੋਰ ਕੋਈ ਥਾਂ ਨਹੀਂ ਦੇਖਿਆ ਹੈ। ਸਾਰੇ ਥਾਂ ਵੇਖ ਲਏ ਹੈ। ਉਸ ਸ੍ਰੀ ਹਰਿਮੰਦਰ ਸਾਹਿਬ ਦੇ ਲੋਕ ਕਿੰਨੀਆਂ ਟਿੱਪਣੀਆਂ ਅੱਜ ਦੇ ਸਮੇਂ ਵਿੱਚ ਕਰ ਰਹੇ ਆ, ਗਿਣਤੀ ਮਿਣਤੀ ਕੋਈ ਨਹੀਂ। ਇੱਥੇ ਆ ਨਹੀਂ ਹੋਣਾ ਚਾਹੀਦਾ, ਇੱਥੇ ਆ ਨਹੀਂ ਹੋਣਾ ਚਾਹੀਦਾ, ਗਰੀਬ ਗਰੀਬ ਗਰੀਬ। ਆਪ ਉਹ ਲੋਕ ਕੁਝ ਨਹੀਂ ਦਿੰਦੇ ਗਰੀਬਾਂ ਨੂੰ, ਅਤੇ ਗੁਰੂ ਘਰ 'ਤੇ ਉਹਨਾਂ ਦੀ ਅੱਖ ਹੈ ਪੂਰੀ। ਅਤੇ ਕਈਆਂ ਨੇ ਤਾਂ ਬੜਾ ਕੁਝ ਲਿਖਿਆ ਕਿ ਜੀ ਪੁਜਾਰੀਆਂ ਦਾ ਹੁਣ ਬੰਦ ਹੋ ਗਿਆ ਹੈ, ਦੁਕਾਨਾਂ ਬੰਦ ਹੋ ਗਈਆਂ। ਗੁਰੂ ਘਰ ਨੂੰ ਦੁਕਾਨਾਂ ਕਹਿੰਦੇ ਲੋਕ, ਕਹਿੰਦੇ ਦੁਕਾਨਾਂ ਬੰਦ ਹੋ ਗਈਆਂ ਪੁਜਾਰੀਆਂ ਦੀਆਂ। ਉਹਨਾਂ ਲੋਕਾਂ ਦੇ ਮੂੰਹ ਜਿਹੜੇ ਨਿੰਦਿਆ ਕਰਦੇ, ਇਹਨਾਂ ਦੇ ਮੂੰਹ 'ਚ ਤਾਂ ਵਿਸ਼ਟਾ ਪੈਣੀ ਪੈਣੀ ਇੱਕ ਦਿਨ। ਅਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ 'ਤੇ ਰੌਣਕਾਂ ਲੱਗਣੀਆਂ ਹੋਰ 2-3 ਦਿਨ ਵੇਖੋ ਉੱਥੇ ਉਸੇ ਤਰ੍ਹਾਂ ਰਹਿਣੀ ਗਹਿਮਾ ਗਹਿਮ ਸੰਗਤ। ਨਿੰਦਿਆ ਕਰਨ ਵਾਲੇ ਲੋਕਾਂ ਦੇ ਮੂੰਹ 'ਚ ਵਿਸ਼ਟਾ ਪੈਣੀ ਹੈ, ਇੱਥੇ ਵੀ ਪੈਣੀ ਹੈ, ਪਰਲੋਕ ਵਿੱਚ ਵੀ ਪੈਣੀ ਹੈ। ਇਸ ਕਰਕੇ ਬਹੁਤਾ ਧਰਮੀ ਬਣਨੋਂ ਚੰਗਾ ਵੀ ਜਿਹੜੀ ਆਪਣੀ ਜ਼ਬਾਨ ਕਲਾਮ ਉਹ ਮੂੰਹ 'ਚ ਹੀ ਰੱਖਣੀ ਠੀਕ ਹੈ। ਕਾਹਨੂੰ ਗੁਰੂ ਘਰ ਨੂੰ ਨਿੰਦ ਭੰਡ ਕੇ ਅਤੇ ਆਪਣਾ ਆਪ ਵਿਗਾੜਨਾ, ਜਨਮ ਵਿਗਾੜਨੇ। ਸ਼ਾਂਤ ਰਹਿਣਾ ਠੀਕ ਹੈ। ਨਾ ਕਿਸੇ ਗੱਲ 'ਚ ਆਈਏ ਤਾਂ ਉਹਦੇ 'ਚ ਭਲਾ ਹੈ। ਪਰ ਜਿਹੜਾ ਕੋਈ ਟਿੱਪਣੀਆਂ ਕਰਨੀਆਂ ਗੁਰੂ ਘਰ ਨੂੰ, ਨਿੰਦਣਾ ਭੰਡਣਾ, ਮਾੜਾ ਕਹਿਣਾ, ਆਖੇ ਜੀ ਉੱਥੋਂ ਤੇ ਬਾਬੇ ਰੱਜਦੇ ਸਨ। ਆਪ ਅਸੀਂ ਅਰਦਾਸਾਂ ਕਰ ਕਰਕੇ ਗੁਰੂ ਘਰੋਂ ਮੰਗ ਕੇ ਖਾਂਦੇ ਹਾਂ, ਫਿਰ ਉੱਥੇ ਦੇ ਸੇਵਾਦਾਰਾਂ ਨੂੰ, ਗੁਰੂ ਕੇ ਸਿੱਖਾਂ ਨੂੰ ਗੱਲਾਂ ਬਾਤਾਂ ਵਾਧੂ ਘਾਟੂ ਕਰਦੇ ਹਾਂ। ਠੀਕ ਹੈ ਕਿ ਸਾਰੇ ਇੱਕ ਜਿਹੇ ਨਹੀਂ ਹੁੰਦੇ। ਜੇ ਸਾਰੇ ਇੱਕੋ ਜਿਹੇ ਚੰਗੇ ਨਹੀਂ ਹੁੰਦੇ ਤਾਂ ਸਾਰੇ ਮਾੜੇ ਵੀ ਨਹੀਂ ਹੁੰਦੇ। ਹੁਣ ਇੱਕ ਦੇ ਨਾਲ ਸਾਰੇ ਪਿੰਡ ਨੂੰ ਮਾੜਾ ਨਹੀਂ ਕਿਹਾ ਜਾਂਦਾ ਹੈ। ਪਰ ਲੋਕਾਂ ਨੂੰ ਤਾਂ ਮੌਕਾ ਚਾਹੀਦਾ ਹੈ। ਇੱਕ ਨੇ ਗਲਤੀ ਕੀਤੀ, ਗੁਰੂ ਕੇ ਸਿੱਖ ਨੇ ਸਾਰੀ ਕੌਮ ਹੀ ਬਦਨਾਮ ਕਰਕੇ ਰੱਖ ਦਿੰਦੇ। ਇਹਨਾਂ ਗੱਲਾਂ ਤੋਂ ਸੰਕੋਚ ਕਰਨਾ ਚਾਹੀਦਾ। ਗੁਰੂ ਦੀ ਕੀਰਤੀ ਵਡਿਆਈ 'ਚ ਭਾਈ ਕੋਈ ਫਰਕ ਨਹੀਂ ਪੈਂਦਾ ਹੈ। ਮਹਾਰਾਜ ਜੀ ਦੀ ਉਪਮਾ ਹਮੇਸ਼ਾ ਹੀ ਉੱਪਰ ਹੈ। ਭਾਈ ਸੰਤੋਖ ਸਿੰਘ ਜੀ ਨੇ ਇੱਥੇ ਤਰ੍ਹਾਂ ਨਾਲ ਜਣਾਈ ਹੈ, ਨਵੇਂ ਪ੍ਰਮਾਣ ਦੇ ਕੇ। ਅੱਗੇ ਜੋ ਇੱਕ ਕਵਿਤ ਰਹਿ ਗਿਆ ਸੀ ਉਹ ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ। ਮਹਾਰਾਜ ਜੀ ਦੇ ਚਰਨਾਂ 'ਚ ਨਤਮਸਤਕ ਹੁੰਦੇ ਹੋਏ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲਖਨਊ ਸਰਦਸੀ। ਭਾਈ ਸੰਤੋਖ ਸਿੰਘ ਜੀ ਜੋ ਸਫੈਦ ਰੰਗ, ਚਿੱਟੇ ਰੰਗ ਹੈ ਉਜਣ, ਉਹਦੇ ਨਾਲ ਤੁਲਨਾ ਕਰਕੇ ਕਿ ਮਹਾਰਾਜ ਜੀ ਦੀ ਵਡਿਆਈ ਬੜੀ ਚਿੱਟੀ ਉਜਲ ਹੈ। ਕਹਿੰਦੇ ਜੋ ਲਖਨਊ ਸ਼ਹਿਰ ਹੈ, ਕਿਉਂਕਿ ਸਤਿਗੁਰੂ ਨਾਨਕ ਸਾਹਿਬ ਜੀ ਉੱਧਰ ਵੀ ਗਏ ਸਨ। ਲਖਨਊ ਸ਼ਹਿਰ ਵਿੱਚ ਮਹਾਰਾਜ ਜੀ ਦੀ ਕੀਰਤੀ ਸਾਰਦਾ ਵਰਗੀ ਹੈ। ਸਾਰਦਾ ਜੋ ਕਵਿਤਾ ਦਾਤੀ ਹੈ, ਜਿਹਨੂੰ ਸਰਸਵਤੀ ਵੀ ਕਿਹਾ ਜਾਂਦਾ ਹੈ, ਉਹ ਕਵਿਤਾ ਦੀ ਦਾਤੀ ਦਾ ਰੰਗ ਚਿੱਟਾ ਮੰਨਿਆ ਗਿਆ ਹੈ। ਜਾਂ ਸਾਰਦ ਜਿਹੜੀ ਸਰਦ ਰੁੱਤ ਹੈ, ਅਤੇ ਸਰਦ ਰੁੱਤ ਵਿੱਚ ਅੱਸੂ ਕੱਤੇ ਦੇ ਮਹੀਨੇ ਜਿਹੜੇ ਹੈ ਚਿੱਟੇ ਸਾਫ਼ ਹੁੰਦੇ। ਚਿੱਟਾ ਹਰ ਪਾਸੇ ਮੌਸਮ ਨਿਤਰਿਆ ਹੁੰਦਾ ਹੈ। ਕਹਿੰਦੇ ਆ ਲਖਨਊ ਦੇ ਵਿੱਚ ਮਹਾਰਾਜ ਜੀ ਦੀ ਜਿਹੜੀ ਕੀਰਤੀ ਹੈ ਉਹ ਸਰਦ ਰੁੱਤ ਵਰਗੀ, ਜਾਂ ਸਾਰਦਾ ਜੋ ਚਿੱਟੇ ਰੰਗ ਵਾਲੀ ਹੈ ਉਸ ਵਰਗੀ ਮਹਾਰਾਜ ਜੀ ਦੀ ਕੀਰਤੀ ਫੈਲ ਰਹੀ ਹੈ। ਦਬਪੁਰ ਵਰਦਸੀ। ਲਾਹੌਰ ਦੇ ਵਿੱਚ ਚਿੱਟਿਆਂ ਬੱਦਲਾਂ ਵਰਗੀ ਮਹਾਰਾਜ ਜੀ ਦੀ ਮਹਿਮਾ ਫੈਲ ਰਹੀ ਹੈ। ਲਾਹੌਰ ਵਿੱਚ ਗੁਰੂ ਨਾਨਕ ਸਾਹਿਬ ਜੀ ਗਏ ਸਨ। 3-4 ਉਹ ਕਥਾ ਦੇ ਪ੍ਰਸੰਗ ਹੁੰਦੇ ਹੈ।
ਇੱਕ ਤੇ ਜੋ ਉੱਥੇ ਬਜ਼ੁਰਗ ਵਾਸ਼ਨਾ ਕਰਕੇ ਬਘਿਆੜ ਬਣਿਆ ਹੋਇਆ ਸੀ, ਜਦੋਂ ਸਰੀਰ ਛੱਡਣ ਲੱਗਾ ਸੀ ਤੇ ਗੁਆਂਢ 'ਚ ਹੀ ਕੋਈ ਮਾਸ ਰਿੰਨ ਰਿਹਾ ਸੀ। ਉਹ ਮੱਛੀ ਰਿੰਨਦਾ ਸੀ, ਚੰਗਾ ਉਹ ਤੜਕਾ ਮਾਰ ਰਿਹਾ ਸੀ। ਮਸਾਲੇ ਮਸੂਲੇ ਜਦੋਂ ਪਾਏ, ਉੱਧਰੋਂ ਇਹਦਾ ਧਿਆਨ ਚਲਿਆ ਗਿਆ। ਸਾਰੀ ਉਮਰ ਇਹ ਵੈਸ਼ਨੋ ਰਿਹਾ ਸੀ। ਜਦੋਂ ਇਹਦਾ ਧਿਆਨ ਚਲਿਆ ਗਿਆ ਤੇ ਸੋਚਦਾ ਮਨ 'ਚ, ਉੱਧਰੋਂ ਜਾਨ ਤੰਗ ਨਿਕਲਣ ਵਾਲੀ ਹੈ, ਉੱਧਰੋਂ ਸੋਚਦਾ ਕਿ ਤੂੰ ਮਨਾ ਆਹ ਨਾ ਖਾਧਾ ਜੋ ਮੱਛੀ ਰਿੰਨ ਰਿਹਾ ਸੀ ਗੁਆਂਢ ਵਿੱਚ। ਇੰਨੇ 'ਚ ਹੀ ਸਵਾਸ ਨਿਕਲ ਗਏ ਤੇ ਜਿਹੋ ਜਿਹੀ ਵਾਸ਼ਨਾ ਹੋ ਜਾ ਜਨਮ, ਜਿਹਦੇ ਕਰਕੇ ਬਘਿਆੜ ਬਣਿਆ ਸੀ। ਫਿਰ ਇਹਦਾ ਜਿਹੜਾ ਪੁੱਤਰ ਮਿਲਿਆ ਮਹਾਰਾਜ ਜੀ ਨੂੰ, ਉਹਦੇ ਰਾਹੀਂ ਦਾ ਆਧਾਰ ਹੋਇਆ। ਉਹ ਵੀ ਲਾਹੌਰ ਦੀ ਸਾਖੀ ਹੈ। ਫਿਰ ਜੋ ਦੁਨੀ ਚੰਦ ਜਿਹਨੇ ਮਾਇਆ ਬੇਅੰਤ ਜੋੜੀ ਸੀ, ਲੋਕਾਂ ਗਰੀਬਾਂ 'ਤੇ ਅਤਿਆਚਾਰ ਕਰ ਕਰਕੇ ਮਹਾਰਾਜ ਜੀ ਨੇ ਉਹਨੂੰ ਵੀ ਉਪਦੇਸ਼ ਦਿੱਤਾ ਸੂਈ ਦੇ ਕੇ ਕਿ ਤੇਰੇ ਕੋਲ ਸੂਈ ਪਰਲੋਕ ਵਿੱਚ ਲਵਾਂਗੇ। ਉਹ ਦੁਨੀ ਚੰਦ ਨੂੰ ਵੀ ਫਿਰ ਉਪਦੇਸ਼ ਇਸ ਤਰ੍ਹਾਂ ਗਿਆਨ ਦਾ ਬਖਸ਼ ਕੇ ਤੇ ਕਿਹਾ ਸੀ ਵੀ ਇਹ ਜਿਹੜੀ ਤੇਰੀ ਮਾਇਆ ਹੈ, ਦੁਨੀ ਚੰਦ, ਇਹ ਮਾਇਆ ਸਾਰੀ ਪਰਮੇਸ਼ਰ ਦੇ ਨਾਮ 'ਤੇ ਦਾਨ ਕਰਦੇ ਨੇ। ਇਹਨੂੰ ਮਾਇਆ ਨੂੰ ਰੱਖ ਨਾ, ਜੇ ਇਹਦੇ ਦਾਨ ਕਰ ਦੇਵੇਂਗਾ ਤੇ ਇਹ ਮਾਇਆ ਜਾਊ ਤੇਰੇ ਨਾਲ ਹੀ ਉਹ ਪਰਲੋਕ ਵਿੱਚ ਵੀ, ਤੇ ਜੇ ਨਾ ਦਾਨ ਕੀਤੀ ਮਾਇਆ ਵੀ ਇੱਥੇ ਰਹਿ ਜਾਣੀ ਤੇ ਤੂੰ ਹੀ ਕੱਖ ਨਹੀਂ ਖੜਨਾ। ਫਿਰ ਇਹਨੂੰ ਸਮਝ ਆਈ ਸੀ ਤੇ ਇਹਨੇ ਬਹੁਤ ਦਾਨ ਪੁੰਨ ਕੀਤਾ। ਤੀਸਰੀ ਜੋ ਇੱਕ ਬ੍ਰਾਹਮਣ ਸੀ, ਉਹ ਉੱਥੇ ਰਾਵੀ ਦੇ ਕਿਨਾਰੇ 'ਤੇ ਸਮਾਧੀ ਲਾ ਕੇ ਬੈਠਾ ਹੋਇਆ। ਪਹਿਲਾਂ ਤਾਂ ਉਹ ਠਾਕਰਾਂ ਦੀ ਪੂਜਾ ਕੀਤੀ, ਚੰਗੀ ਤਰ੍ਹਾਂ ਇਸ਼ਨਾਨ ਕਰਾ ਕੇ ਪੂਜਾ ਕਰਕੇ ਫਿਰ ਧਿਆਨ ਜਿਹਾ ਲਾ ਕੇ ਬਹਿ ਗਿਆ ਬ੍ਰਾਹਮਣ। ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਹੀ ਜਾ ਕੇ ਬੈਠ ਗਏ। ਜਦੋਂ ਇਹਨੇ ਕੁਝ ਸਮੇਂ ਬਾਅਦ ਅੱਖਾਂ ਖੋਲ੍ਹੀਆਂ ਤੇ ਰਿਸ਼ੀ ਜੀ ਅੱਖ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਬ੍ਰਾਹਮਣ, ਇਹ ਜਿਹੜੇ ਠਾਕਰ ਭਗਵਾਨ ਤੇ ਤੂੰ ਪੂਜ ਲਏ ਹੈ, ਉਹਨਾਂ ਨੂੰ ਇਸ਼ਨਾਨ ਕਰਾ ਲਿਆ, ਜਿਨ੍ਹਾਂ ਨੂੰ ਤੂੰ ਭਗਵਾਨ ਮੰਨਦਾ ਹੈ ਉਹ ਤਾਂ ਤੇਰੇ ਸਾਹਮਣੇ ਹੈ। ਫਿਰ ਤੂੰ ਅੱਖਾਂ ਲਾ ਕੇ, ਅੱਖਾਂ ਦਾ ਬੰਦ ਕਰਕੇ ਧਿਆਨ ਲਾ ਕੇ ਕਿਹਨੂੰ ਵੇਖਣਾ ਹੈ? ਕਹਿਣ ਲੱਗਾ, ਮਹਾਰਾਜ ਸੰਤੋ, ਤੁਹਾਨੂੰ ਨਹੀਂ ਪਤਾ ਹੈ, ਪਹਿਲਾਂ ਮੈਂ ਭਗਵਾਨ ਦੀ ਪੂਜਾ ਕਰ ਲਈ, ਮਨਾ ਲਿਆ ਹੈ, ਹੁਣ ਮੈਂ ਧਿਆਨ ਲਾ ਰਿਹਾ ਹਾਂ। ਮਹਾਰਾਜ ਕਹਿੰਦੇ, ਧਿਆਨ ਲਾਇਆ ਕੀ ਹੋ? ਕਹਿੰਦਾ, ਜੀ ਧਿਆਨ ਲਾਇਆ ਤਿੰਨੇ ਲੋਕਾਂ ਦਾ ਪਤਾ ਲੱਗ ਜਾਂਦਾ ਹੈ, ਤਿੰਨਾਂ ਲੋਕਾਂ 'ਚ ਕੀ ਹੋ ਰਿਹਾ, ਕਿੱਥੇ ਕੀ ਹੋ ਰਿਹਾ ਹੈ, ਇਸ ਕਰਕੇ ਧਿਆਨ ਲਾਉਣਾ ਹਾਂ। ਗੁਰੂ ਸਾਹਿਬ ਜੀ ਦੇ ਚੁੱਪ ਕਰ ਗਏ। ਇੱਧਰ ਇਹਨੇ ਫਿਰ ਜਦੋਂ ਅੱਖਾਂ ਜੀਆਂ ਬੰਦ ਕੀਤੀਆਂ, ਭਾਈ ਬਾਲੇ ਹੋਣੀ ਨਾਲ ਹੀ ਸਨ। ਮਹਾਰਾਜ ਕਹਿੰਦੇ, ਭਾਈ ਬਾਲਾ ਜੀ ਦਾ ਜਿਹੜਾ ਸਾਜੋ ਸਮਾਨ ਹੈ ਨਾ, ਸੰਦੂਕੜੀ ਮਾਇਆ ਵਾਲੀ, ਇਹ ਚੁੱਕੋ ਤੇ ਇਹਨੂੰ ਸਾਂਭੋ ਇੱਕ ਪਾਸੇ। ਇਹਦੀ ਸੰਦੂਕੜੀ ਦੀ ਚੁੱਕ ਲਈ, ਹੋਰ ਹੀ ਸਾਜੋ ਸਮਾਨ ਚੁੱਕ ਲਿਆ। ਇਹਨੇ ਜਦੋਂ ਥੋੜ੍ਹੇ ਸਮੇਂ ਬਾਅਦ ਅੱਖਾਂ ਖੋਲ੍ਹੀਆਂ ਤੇ ਇਹਨੂੰ ਲੱਗੀ ਕਾਲੀ ਜੀ ਪੈਣ। ਫਿਰ ਇਹ ਘਬਰਾ ਜਿਹਾ ਗਿਆ। ਮਹਾਰਾਜ ਕਹਿੰਦੇ ਵੀ ਕੀ ਹੋਇਆ? ਬ੍ਰਾਹਮਣ ਜੀ, ਧਿਆਨ ਲਾਇਆ ਸੀ, ਇੰਨੀ ਛੇਤੀ ਧਿਆਨ ਫਿਰ ਖੁੱਲ੍ਹ ਗਿਆ। ਕਹਿੰਦਾ, ਮਹਾਰਾਜ ਕੀ ਦੱਸੀਏ, ਆ ਸੰਦੂਕੜੀ ਮਾਇਆ ਵਾਲੀ ਦਿਖ ਰਹੀ ਕਿਤੇ। ਗੁਰੂ ਨਾਨਕ ਸਾਹਿਬ ਜੀ ਮੁਸਕਰਾਏ ਤੇ ਕਹਿਣ ਲੱਗੇ, ਬ੍ਰਾਹਮਣ ਜੀ, ਤੁਸੀਂ ਤੇ ਤਿੰਨਾਂ ਲੋਕਾਂ ਦਾ ਧਿਆਨ ਲਾਉਂਦੇ ਹੋ, ਧਿਆਨ ਲਾ ਕੇ ਵੇਖ ਲਓ, ਤਿੰਨਾਂ ਲੋਕਾਂ ਤੋਂ ਬਾਹਰ ਤੇ ਸੰਦੂਕੜੀ ਨਹੀਂ ਗਈ ਹੈ, ਧਿਆਨ ਲਾ ਕੇ ਵੇਖੋ। ਫਿਰ ਕਹਿੰਦਾ ਹੱਥ ਜੋੜ ਕੇ, ਮਹਾਰਾਜ ਧਿਆਨ ਧਿਉਨ ਕਾਹਦਾ ਲਾਉਣਾ ਹੈ, ਇਹਦੇ ਟੱਬਰ ਟੀਰ ਪਾਲਣ ਦਾ ਇੱਕ ਮੇਰਾ ਕਿੱਤਾ ਹੈ, ਢੰਗ ਤਰੀਕਾ ਹੈ, ਕਾਹਦਾ ਧਿਆਨ ਤੇ ਕਾਹਦੀ ਸਮਾਧੀ ਸਾਡੀ। ਮਹਾਰਾਜ ਕਹਿੰਦੇ ਵੀ ਬ੍ਰਾਹਮਣ, ਜੇ ਤੂੰ ਧਿਆਨ ਸੱਚਮੁੱਚ ਹੀ ਉਹ ਪਰਮੇਸ਼ਰ ਦਾ ਲਾਵੇਂ, ਅੰਤਰ ਧਿਆਨ ਹੋ ਕੇ, ਤੇ ਕੀ ਦੱਸ ਤੈਨੂੰ ਰੋਜੀ ਰੋਟੀ ਨਹੀਂ ਦਊਗਾ। ਆਪਣੇ ਘਰੇ ਬਹਿ ਕੇ ਧਿਆਨ ਲਾ, ਜਲਾਂ ਥਲਾਂ ਵਿੱਚ ਪਰਮੇਸ਼ਰ ਸਮਾਇਆ ਹੋਇਆ ਹੈ, ਉੱਥੇ ਵੀ ਉਹ ਹੈ, ਤੇ ਆ ਪਖੰਡ ਬਾਹਰ ਕਾਹਨੂੰ ਕਰਨਾ ਹੈ, ਇਹ ਕੋ ਪਖੰਡ ਕਰਦਾ ਹੈ। ਕਹਿੰਦਾ, ਮਹਾਰਾਜ, ਇਹ ਕਲਯੁਗ ਦੇ ਲੋਕ ਜਿਹੜੇ ਕਲਯੁਗੀ ਜੀਵੇ ਪਖੰਡ ਨੂੰ ਮੰਨਦੇ ਹੈ ਨਹੀਂ ਇਹ ਸੱਚ ਸੁੱਚ ਨੂੰ ਮੰਨਦੇ ਕੁਝ। ਗੁਰੂ ਸਾਹਿਬ ਜੀ ਕਹਿੰਦੇ ਵੀ ਠੀਕ ਹੈ, ਕਲਯੁਗ ਦੇ ਕਲਯੁਗੀ ਲੋਕ ਪਖੰਡ ਨੂੰ ਤੇ ਮੰਨਦੇ ਹੈ, ਇਹ ਤੇ ਕੁਝ ਇੱਥੇ ਦੇ ਦੂ ਦਿੰਦੇ ਹੈ, ਪਰ ਉਹ ਪਰਮੇਸ਼ਰ ਨਹੀਂ ਕੋਈ ਟਕਾ ਧੇਲਾ ਵੀ ਦਿੰਦਾ ਜਿਹੜੇ ਪਖੰਡ ਕਰਦੇ ਉਹਨਾਂ ਨੂੰ।
ਇਸ ਕਰਕੇ ਤੂੰ ਧਿਆਨ ਲਾਉਣਾ ਤੇ ਉਸ ਪਰਮੇਸ਼ਰ ਦਾ ਲਾ, ਆਪੇ ਉਹ ਤੇਰਾ ਸਭ ਕੁਝ ਕਰੂ। ਕਹਿਣ ਲੱਗਾ ਠੀਕ ਮਹਾਰਾਜ, ਜਿਵੇਂ ਆਪ ਜੀ ਦੀ ਆਗਿਆ ਇਸੇ ਤਰ੍ਹਾਂ ਹੀ ਕਰਾਂਗਾ, ਘਰੇ ਬਹਿ ਕੇ ਹੀ ਜਾਪਣਾਗਾ, ਪਰ ਪਰਿਵਾਰ ਉਹਨੂੰ ਕੌਣ ਦੇਖੂ, ਉਹਨੂੰ ਕੌਣ ਸੰਭਾਲੂ। ਫਿਰ ਗੁਰੂ ਸਾਹਿਬ ਜੀ ਨੇ ਕਿਹਾ ਵੀ ਉਹ ਤੇਰਾ ਅਸੀਂ ਕਰ ਦਿੰਦੇ ਇੰਤਜ਼ਾਮ। ਅੱਜ ਜਿੱਥੇ ਤੂੰ ਰੋਜ਼ ਆ ਕੇ ਬੈਠਦਾ, ਇੱਥੇ 7 ਪਾਤਸ਼ਾਹੀਆਂ ਦਾ ਖਜ਼ਾਨਾ ਜਿਹੜਾ ਦੱਬਿਆ ਪਿਆ ਹੈ, ਇੱਥੋਂ ਕੱਢ ਲਾ ਤੇ ਲੈ ਜਾ ਤੇ ਘਰ ਜਾ ਕੇ ਧਿਆਨ ਲਾਇਆ ਕਰ। ਤੇ ਇਹ ਜਿਹੜੀ ਮਾਇਆ ਹੈ ਨਾਲੇ ਵਰਤ, ਦਾਨ ਕਰ ਤੇ ਆਪ ਵੀ ਛਕ ਛਕਾ ਤੇ ਧਿਆਨ ਲਾ, ਘਰੇ ਬਹਿ ਕੇ ਸੱਚਾ ਧਿਆਨ ਲਾ। ਨਾਲੇ ਤੇਰਾ ਪਰਿਵਾਰ ਚੱਲੇਗਾ, ਨਾਲੇ ਤੂੰ ਆਪਣੇ ਪਰਮੇਸ਼ਰ ਨੂੰ ਧਿਆਲੇਗਾ। ਫਿਰ ਇਹ ਬੜਾ ਖੁਸ਼ ਹੋਇਆ। ਤੇ ਗੁਰੂ ਸਾਹਿਬ ਜੀ ਦੀ ਜਦੋਂ ਇਹਨੇ ਇੰਨਾ ਕੁਝ ਮਿਲ ਗਿਆ, ਕੀਰਤੀ ਤੇ ਕਰਨੀ ਸੀ। ਫਿਰ ਕਹਿੰਦਾ ਬੜਾ ਖੁਸ਼ ਹੋ, ਕਹਿੰਦਾ ਵੀ ਗੁਰੂ ਨਾਨਕ ਸਾਹਿਬ ਵਰਗਾ ਤੇ ਕੋਈ ਨਹੀਂ ਹੈ, ਜਿਨ੍ਹਾਂ ਨੇ ਮੈਨੂੰ ਸਿੱਧੇ ਰਾਹ ਵੀ ਪਾ ਦਿੱਤਾ, ਮੈਨੂੰ ਮਾਇਆ ਵੀ ਦੇ ਦਿੱਤੀ, ਕੋਈ ਘਾਟ ਰੱਖੀ ਨਹੀਂ ਹੈ। ਜਿੱਥੇ ਮੈਂ ਰੋਜ਼ ਬਹਿੰਦਾ ਸੀ, ਮੈਨੂੰ ਨਹੀਂ ਸੀ ਪਤਾ, ਉਹਨਾਂ ਨੂੰ ਪਤਾ ਸੀ। ਇੰਨੀ ਮਾਇਆ ਦੇ ਕੇ ਵੀ ਇੱਕ ਧੇਲਾ ਟਕਾ ਨਹੀਂ ਆਪ ਲਿਆ। ਵੀ ਹੈ ਕੋਈ ਐਸਾ ਮਹਾਨ ਜਿਹਨੂੰ ਪਤਾ ਹੋਵੇ ਵੀ ਇੰਨੀ ਮਾਇਆ 7 ਪਾਤਸ਼ਾਹੀਆਂ ਦਾ ਖਜ਼ਾਨਾ ਦੱਬਿਆ ਹੈ ਤੇ ਉਹ ਦੱਸੇ ਤੇ ਆਪ ਨਾ ਕੱਢੇ। ਐਸਾ ਤਾਂ ਕੋਈ ਮਹਾਨ ਨਹੀਂ, ਉਹ ਤਾਂ ਗੁਰੂ ਨਾਨਕ ਸਾਹਿਬ ਹੀ ਹੈ, ਜਿਨ੍ਹਾਂ ਨੇ ਮੈਨੂੰ ਇੰਨਾ ਖਜ਼ਾਨਾ ਵੀ ਦਿੱਤਾ, ਸਿੱਧੇ ਰਾਹ ਵੀ ਪਾਇਆ। ਇਹ ਕੀਰਤੀ ਕਰਨ ਲੱਗਾ। ਫਿਰ ਉੱਥੇ ਲਾਹੌਰ ਦੇ ਵਿੱਚ ਹੀ ਕਸਾਈ ਲੋਕ ਬੁੱਚੜਖਾਨਾ ਖੋਲ੍ਹਿਆ ਸੀ, ਗਾਈਆਂ ਦਾ ਕਤਲ ਕਰਦੇ ਸੀ, ਗਾਈਆਂ ਨੂੰ ਜ਼ਿਬਾ ਕਰਦੇ ਸੀ, ਮਾਰਦੇ ਸਨ। ਮਹਾਰਾਜ ਜੀ ਨੇ ਉਹਨਾਂ ਨੂੰ ਬੁਲਵਾ ਕੇ ਵੀ ਕਿਹਾ ਵੀ ਇਹ ਜਿਹੜੀਆਂ ਗਾਈਆਂ ਦੀ ਹੱਤਿਆ ਕਰਦੇ ਹੋ ਤੁਸੀਂ, ਇਹ ਛੱਡ ਦਿਓ, ਇਹ ਨਾ ਮਾਰੋ, ਬੜਾ ਤਕੜਾ ਪਾਪ ਹੈ। ਕਹਿਣ ਲੱਗੇ ਮਹਾਰਾਜ ਇਹ ਤਾਂ ਹੈ ਮੁਸ਼ਕਲ, ਇਹ ਨਹੀਂ ਹੋ ਸਕਦਾ, ਸਾਡੀ ਤਾਂ ਖੁਰਾਕ ਹੀ ਇਹੋ ਹੈ। ਗੁਰੂ ਸਾਹਿਬ ਜੀ ਕਹਿੰਦੇ ਠੀਕ ਹੈ, ਜੇ ਨਹੀਂ ਇਹ ਜੇ ਮੁਸ਼ਕਲ ਹੈ ਤੇ ਬਚਨ ਕੀਤਾ ਲਾਹੌਰ ਸੈਰ ਜ਼ਹਿਰ ਕਹਿਰ ਸਵਾ ਪਹਿਰ। ਇੱਥੇ ਚੜ੍ਹਦੇ ਦਿਨੇ ਰੋਜ਼ ਹੀ ਕਤਲੇਆਮ ਹੀ ਹੋਊਗਾ, ਇੱਥੇ ਕਹਿਰ ਹੀ ਕਹਿਰ ਹੋਊਗਾ। ਫਿਰ ਉਸ ਦਿਨ ਤੋਂ ਇਹ ਲੋਕ ਚਲੇ ਤੇ ਗਏ, ਬੱਚਿਆਂ ਤੇ ਕੋਈ ਮੰਨਿਆ ਨਾ। ਲਾਹੌਰ ਸ਼ਹਿਰ ਦੇ ਵਿੱਚ ਤੇ ਰੋਜ਼ ਹੀ ਫਿਰ ਲੜਨ ਮਰਨ, ਜ਼ਖਮੀ ਹੋਣ, ਕਈਆਂ ਦੀਆਂ ਮੌਤਾਂ ਹੋਣ। ਅਖੀਰੀ ਥੱਕ ਟੁੱਟ ਕੇ ਇਹ ਕਰਤਾਰਪੁਰ ਸਾਹਿਬ ਗੁਰੂ ਸਾਹਿਬ ਜੀ ਪਾਸ ਆਏ। ਕਹਿੰਦੇ ਮਹਾਰਾਜ ਬਹੁਤ ਔਖੇ ਆ, ਕੁਝ ਕਰੋ। ਆਪ ਨੇ ਬਚਨ ਕੀਤਾ ਹੈ, ਉਹਦਾ ਤੇ ਸਾਨੂੰ ਭਰਨਾ ਪੈਣ ਡਿਆ ਹੈ। ਮਹਾਰਾਜ ਕਹਿਣ ਲੱਗੇ ਵੀ ਉਹ ਜਿਹੜਾ ਬਚਨ ਕਿਹਾ ਸੀ ਵੀ ਗਊ ਕਤਲ ਕਰਨੀ ਛੱਡ ਦਿਓ ਤੇ ਆਪੇ ਸਭ ਕੁਝ ਠੀਕ ਹੋ ਜਾਊਗਾ। ਕਹਿੰਦੇ ਜੀ ਉਹ ਤਾਂ ਮੁਸ਼ਕਲ ਹੈ, ਕਿਉਂਕਿ ਜਿਹੜਾ ਜ਼ਬਾਨ ਦਾ ਚਸਕਾ ਛੱਡਣਾ ਬੜਾ ਔਖਾ। ਮੁੜ ਆਏ, ਵਚਨ ਨਹੀਂ ਮੰਨਿਆ। ਫਿਰ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਮਹਾਰਾਜ ਪਾਸ ਗਏ। ਕਹਿੰਦੇ ਵੀ ਅਸੀਂ ਤਾਂ ਬਹੁਤ ਔਖੇ ਹਾਂ, ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਰ ਦਿੱਤਾ, ਕਤਲੇਆਮ ਹੁੰਦੀ ਲਾਹੌਰ ਸ਼ਹਿਰ ਵਿੱਚ, ਆਪ ਜੀ ਕੁਝ ਹੱਲ ਕਰੋ। ਗੁਰੂ ਅੰਗਦ ਦੇਵ ਸਾਹਿਬ ਜੀ ਕਹਿਣ ਲੱਗੇ ਵੀ ਕੀ ਕਿਹਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ? ਕਹਿੰਦੇ ਉਹਨਾਂ ਕਿਹਾ ਸੀ ਵੀ ਗਊ ਹੱਤਿਆ ਛੱਡ ਦਿਓ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਅਸੀਂ ਵੀ ਉਹੀ ਕਹਿੰਦੇ ਹਾਂ ਜੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ। ਕਹਿੰਦੇ ਉਹ ਤਾਂ ਜੀ ਮੁਸ਼ਕਲ ਹੈ। ਫਿਰ ਗੁਰੂ ਸਾਹਿਬ ਜੀ ਕਹਿੰਦੇ ਫਿਰ ਮਰੋ ਜਾ ਕੇ ਜੇ ਮੁਸ਼ਕਲ ਹੈ ਤੇ। ਇਹ ਮੁੜ ਗਏ। ਫਿਰ ਤੀਸਰੇ ਪਾਤਸ਼ਾਹ ਵੇਲੇ ਗੋਇੰਦਵਾਲ ਸਾਹਿਬ ਆਏ ਲਾਹੌਰੀ, ਉੱਥੇ ਹੱਥ ਜੋੜੇ ਕਿ ਅਸੀਂ ਤਾਂ ਬਹੁਤ ਔਖੇ ਹਾਂ, 2 ਮਹਾਰਾਜਾ ਆਪ ਜੀ ਦੀਆਂ ਪਾਤਸ਼ਾਹੀਆਂ ਲੰਘ ਗਈਆਂ, ਤੀਸਰੀ ਪਾਤਸ਼ਾਹੀ ਆ ਗਈ ਆ, ਸਾਡੇ ਲਾਹੌਰ 'ਤੇ ਬੜਾ ਕਸ਼ਟ ਹੋ ਰਿਹਾ ਹੈ। ਅਤੇ ਉੱਥੇ ਗੁਰੂ ਰਾਮਦਾਸ ਮਹਾਰਾਜ ਲਾਹੌਰ ਤੋਂ ਜਾ ਕੇ ਬੌਲੀ ਸਾਹਿਬ ਦੀ ਸੇਵਾ ਕਰਦੇ, ਲੰਗਰਾਂ ਦੀ ਸੇਵਾ ਕਰਦੇ ਸੀ। ਅਤੇ ਇਹਨਾਂ ਵੱਲ ਵੇਖ ਕੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਵੀ ਤੁਸੀਂ ਲਾਹੌਰੀਓ ਆ ਛੱਡ ਦਿਓ ਗਊ ਹੱਤਿਆ। ਫਿਰ ਇਹ ਹੱਥ ਜੋੜ ਕੇ ਮੰਨੇ, ਕਹਿੰਦੇ 7 ਬਚਨ ਮਹਾਰਾਜ। ਅਤੇ ਮਹਾਰਾਜ ਜੀ ਨੇ ਫਿਰ ਬਚਨ ਕੀਤਾ ਸੀ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਗੁਰਬਾਣੀ 'ਚ ਬਚਨ ਆਉਂਦੇ ਹੈ ਵੀ ਲਾਹੌਰ ਸ਼ਹਿਰ 'ਚ ਉਹ ਵੀ ਸਲਾਮਤ ਰਹੂਗਾ, ਅੰਮ੍ਰਿਤਸਰ ਸ਼ਹਿਰ ਵਸੇਗਾ, ਜਿਹਦੇ ਕਰਕੇ ਇੱਥੋਂ ਦੀ ਸ਼ਾਂਤੀ ਤੁਹਾਡੇ ਲਾਹੌਰ 'ਚ ਜਾਏਗੀ। ਫਿਰ ਉੱਥੇ ਸਾਧ ਸੰਗਤ ਜਿਵੇਂ ਸ਼ਾਂਤੀ ਵਰਤੀ ਸੀ। ਗੁਰੂ
ਜੋ ਨਾਨਕ ਦੇਵ ਮਹਾਰਾਜ ਜੀ ਹਨ, ਲਾਹੌਰ ਸ਼ਹਿਰ ਦੇ ਵਿੱਚ ਚਿੱਟੇ ਬੱਦਲਾਂ ਵਰਗੀ ਕੀਰਤੀ ਹੈ ਗੁਰੂ ਸਾਹਿਬ ਜੀ ਦੀ ਫੈਲ ਰਹੀ। ਹਾਜੀਪੁਰ ਹੰਸਨੀ ਸੀ। ਹਾਜੀਪੁਰ ਜਿਹੜਾ ਸ਼ਹਿਰ ਹੈ, ਉੱਥੇ ਜਿਹੜੀ ਚਿੱਟੀ ਹੰਸਣੀ ਹੈ, ਹੰਸਣੀਆਂ ਦੀਆਂ ਡਾਰਾਂ ਉਹਨਾਂ ਵਰਗੀ ਹੈ। ਰੂਪਾ ਰੂਮ ਜਾਨੀਏ। ਜੋ ਰੂਮ ਸ਼ਹਿਰ ਹੈ, ਜਿੱਥੇ ਹਮੀਦ ਕਾਰੂ ਬਾਦਸ਼ਾਹ ਰਹਿੰਦਾ ਸੀ, ਜਿਹਨੇ 45 ਗੰਜ ਜੋੜੇ ਹੋਏ ਸੀ, ਮਾਇਆ ਦੇ ਢੇਰ ਲਾਏ ਹੋਏ ਸੀ, ਮੁਰਦਿਆਂ ਦੇ ਮੂੰਹਾਂ 'ਚ ਪੈਸੇ ਕੱਢ ਕੱਢ ਕੇ ਜਿਹਨੇ ਜੋੜੇ ਹੋਏ ਸੀ, ਉਸ ਨੂੰ ਵੀ ਸਿੱਖਿਆ ਦਿੱਤੀ ਮਹਾਰਾਜ ਨੇ। ਉੱਥੇ ਰੂਮ ਸ਼ਹਿਰ ਦੇ ਵਿੱਚ ਰੂਪਾ ਜਿਹੜੀ ਚਾਂਦੀ ਹੈ, ਲਿਸ਼ਕਦੀ ਚਿੱਟੀ, ਉਹ ਚਾਂਦੀ ਵਰਗੀ ਗੁਰੂ ਸਾਹਿਬ ਜੀ ਦੀ ਕੀਰਤੀ ਫੈਲ ਰਹੀ ਜਾਣ ਲਈਏ। ਕਰ ਕਾ ਇਰਾਕ ਉਡਗਨ ਸੀ ਇਰਾਨ ਰੂਰੀ। ਜੋ ਇਰਾਕ ਵਿੱਚ ਵੀ ਗੁਰੂ ਸਾਹਿਬ ਜੀ ਗਏ ਹੈ। ਇਰਾਕ ਵਿੱਚ ਜਿਵੇਂ ਆ ਗੜਾ ਡਿੱਗਦਾ ਹੈ ਮੀਂਹ ਦਾ, ਚਿੱਟਾ ਬਰਫ਼ ਦਾ, ਉਹ ਗੜੇ ਵਰਗੀ ਫੈਲ ਰਹੀ ਹੈ ਉਸਤਤ ਵਡਿਆਈ ਕੀਰਤੀ। ਇਰਾਨ ਸ਼ਹਿਰ ਦੇ ਵਿੱਚ ਜਿਹੜੇ ਤਾਰੇ ਹੈ, ਤਾਰੇ ਜਿਵੇਂ ਚਿੱਟੇ ਹੁੰਦੇ ਆ, ਉਹਨਾਂ ਤਾਰਿਆਂ ਵਰਗੀ ਕੀਰਤੀ ਫੈਲ ਰਹੀ ਹੈ ਸੋਹਣੀ। ਫਟਕ ਸੀ ਫਰਕਾਬਾਦ ਬਿਸਦ ਬਖਾਨੀਏ। ਫਰਕਾਬਾਦ ਜਿਹੜਾ ਸ਼ਹਿਰ ਹੈ, ਉਹ ਜਿਹੜਾ ਕੱਚ ਹੈ ਬਲੌਰ ਦਾ, ਉਹ ਸ਼ੀਸ਼ੇ ਵਰਗੀ ਫੈਲ ਰਹੀ ਹੈ, ਬਿਸਦ ਉਜਲ ਬਖਾਨੀ ਹੈ ਕਹੀ ਜਾਂਦੀ ਹੈ। ਉਦਦ ਬੰਦਰ ਮਦ ਉਦਦ ਸੀ ਫੈਲ ਰਹੀ। ਤੇ ਇੱਧਰ ਉਦਦ ਜਿਹੜੇ ਸਮੁੰਦਰ ਦੀਆਂ ਬੰਦਰਗਾਹਾਂ ਹਨ, ਇੱਕ ਤੇ ਆ ਨਦੀ ਕਿਨਾਰੇ ਜਿੱਥੇ ਬੇੜੀਆਂ ਲੱਗਦੀਆਂ ਨੂੰ ਘਾਟ ਪਤਨ ਕਹੀਦਾ ਹੈ, ਜਿੱਥੇ ਜਿਹੜੇ ਆ ਸ਼ਿਪ ਜਿਹਨੂੰ ਕਹਿੰਦੇ ਸਮੁੰਦਰੀ ਜਹਾਜ਼ ਲੱਗਦੇ ਉਹਨੂੰ ਬੰਦਰਗਾਹਾਂ ਕਹੀਦੀਆਂ। ਹੁਣ ਅੱਜ ਕੱਲ੍ਹ ਉਹਨੂੰ ਗੋਦੀ ਵੀ ਕਿਹਾ ਜਾਂਦਾ, ਵੀ ਗੋਦੀ 'ਤੇ ਲੱਗਦੀਆਂ ਹੈ, ਉਹ ਸ਼ਿਪ ਲੱਗਦੇ ਹੈ, ਉਹ ਗੋਦੀ ਦੇ ਜਿੱਥੇ ਸ਼ਿਪ ਲੱਗਦੇ ਉਹਨੂੰ ਬੰਦਰਗਾਹਾਂ ਕਿਹਾ ਜਾਂਦਾ। ਸਮੁੰਦਰ ਦੇ ਕਿਨਾਰੇ ਜਿਵੇਂ ਆ ਮੁੰਬਈ ਹੈ, ਕਲਕੱਤਾ ਹੈ, ਆਂਧਰਾ ਪ੍ਰਦੇਸ਼, ਕੇਰਲ ਆਦਿ, ਉਹਨਾਂ ਬੰਦਰਗਾਹਾਂ ਦੇ ਵਿੱਚ ਸਤਿਗੁਰੂ ਜੀ ਦੇ ਸਾਰੇ ਗਏ ਹੈ। ਸਮੁੰਦਰਾਂ ਦੀਆਂ ਬੰਦਰਗਾਹਾਂ ਵਿੱਚ ਜਿਹੜਾ ਖੀਰ ਸਮੁੰਦਰ, ਦੁੱਧ ਦਾ ਸਮੁੰਦਰ, ਉਹਦੇ ਵਰਗੀ ਕੀਰਤੀ ਫੈਲ ਰਹੀ ਹੈ। ਕੋਲ ਸੋ ਕਲੰਦਰੀ ਕੇ ਕੁੰਦ ਸੀ ਪਰਮਾਨੀਏ। ਜਿਹੜੀ ਕਲਿੰਦਰੀ ਜਮਨਾ ਨਦੀ ਹੈ, ਜਮਨਾ ਨਦੀ ਦੇ ਕਿਨਾਰੇ ਉੱਪਰ ਮਰਦਬਾਨ ਦੇ ਜਿਹੜੇ ਚਿੱਟੇ ਫੁੱਲ ਹੈ, ਉਹਨਾਂ ਵਰਗੀ ਪਰਮਾਨੀਏ ਮੰਨੀਏ ਜਾਣ ਲਈਏ। ਕੋਟੀ ਸੇ ਕਲਿੰਜਰ ਸਬਨ ਮੁਖ ਰਤਨ ਸੀ। ਕਲਿੰਜਰ ਜੋ ਇੱਕ ਸ਼ਹਿਰ ਦਾ ਨਾਮ ਹੈ, ਉੱਥੇ ਜਿਵੇਂ ਕੌਡੀ ਹੁੰਦੀ ਨਾ, ਚਿੱਟੀ ਕੌਡੀ ਵਰਗੀ ਕਲਿੰਜਰ ਸ਼ਹਿਰ ਵਿੱਚ ਫੈਲ ਰਹੀ ਹੈ। ਸਾਰਿਆਂ ਦੇ ਜਿਹੜੇ ਮੁੱਖ ਹੈ, ਮੂੰਹ ਹੈ, ਉਹਨਾਂ ਮੂੰਹਾਂ ਵਿੱਚ ਜਿਹੜੇ ਦੰਦ ਹੈ, ਉਹਨਾਂ ਦੰਦਾਂ ਵਰਗੀ ਫੈਲ ਰਹੀ ਹੈ ਕੀਰਤੀ। ਨਾਨਕ ਕੀ ਕੀਰਤ ਸੰਤੋਖ ਸਿੰਘ ਗਾਨੀਏ। ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕੀਰਤੀ ਵਡਿਆਈ ਮਹਿਮਾ ਹੈ, ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਇਸ ਤਰ੍ਹਾਂ ਗਾਈ ਹੈ, ਗਾਈ ਜਾਂਦੀ ਹੈ। ਜਿੰਨੇ ਉੱਤੇ ਆਪਾਂ ਪ੍ਰਮਾਣ ਸਰਵਣ ਕੀਤੇ, ਭਾਈ ਸੰਤੋਖ ਸਿੰਘ ਜੀ ਨੇ ਸੋਹਣੀ ਛੰਦਾਬੰਦੀ ਵਿੱਚ ਸਾਨੂੰ ਦੱਸਿਆ ਹੈ। ਗੁਰੂ ਸਾਹਿਬ ਜੀ ਦੀ ਕੀਰਤੀ ਵੱਖੋ ਵੱਖਰੇ ਸ਼ਹਿਰਾਂ ਦੇਸ਼ਾਂ ਵਿੱਚ ਐਸੇ ਤਰ੍ਹਾਂ ਭਾਈ ਫੈਲ ਰਹੀ ਹੈ, ਗਾਈ ਜਾਂਦੀ ਹੈ। ਦੋਹਰਾ 10 ਦੇਸ ਹਿੰਦੂ ਤੁਰਕ ਮਹਿ। 10 ਦਿਸ਼ਾਵਾਂ ਵਿੱਚ 4 ਤੇ ਪੂਰਬ, ਪੱਛਮ, ਉੱਤਰ, ਦੱਖਣ, 4 ਉਪ ਦਿਸ਼ਾ, ਧਰਤੀ ਦੇ ਆਕਾਸ਼ 10 ਦਿਸ਼ਾ। 10 ਦਿਸ਼ਾ ਵਿੱਚ ਤੇ ਹਿੰਦੂ ਤੇ ਮੁਸਲਮਾਨਾਂ ਵਿੱਚ ਘਰ ਘਰ ਦੇਸ਼ ਵਿਦੇਸ਼। ਆ ਦੇਸ਼ਾਂ ਦੇ ਘਰਾਂ ਵਿੱਚ ਤੇ ਵਿਦੇਸ਼ਾਂ ਦੇ ਘਰਾਂ ਵਿੱਚ। ਫੁਲਵਾਰੀ ਫੁੱਲੀ ਜੋਹੀ ਮਲਿਕਾ। ਫੁਲਵਾਰੀ ਫੁੱਲੀ ਜਹੀ, ਜਿਹੜੀ ਜੂਹੀ ਬਗੀਚੀ ਹੈ, ਫੁੱਲਾਂ ਵਾਲੀ ਜਿਹੜੀ ਬਗੀਚੀ ਹੈ, ਉਹਦੇ ਵਾਂਗ ਫੁੱਲ ਰਹੀ ਹੈ, ਵੱਧ ਰਹੀ ਹੈ। ਜਾਂ ਜੂਹੀ ਇੱਕ ਨਿੱਕਾ ਜਿਹੜਾ ਚੰਬੇ ਦਾ ਫੁੱਲ ਹੈ, ਚਿੱਟੇ ਰੰਗ ਦਾ, ਉਹਦੀ ਜੋ ਫੁਲਵਾੜੀ ਹੈ,
ਉਹ ਫੁੱਲ ਰਹੀ ਹੈ। ਮਲਿਕਾ ਸਮਨ ਵਿਸ਼ੇਸ਼ ਮਾਲਤੀ ਦੇ ਜਿਹੜੇ ਚਿੱਟੇ ਫੁੱਲ ਹੈ ਉਹਨਾਂ ਚਿੱਟੇ ਫੁੱਲਾਂ ਦੇ ਵਾਂਗ ਵਿਸ਼ੇਸ਼ ਹੀ ਗੁਰੂ ਸਾਹਿਬ ਜੀ ਦੀ ਜਿਹੜੀ ਕੀਰਤੀ ਉਹ ਪ੍ਰਫੁੱਲਤ ਹੋ ਰਹੀ ਹੈ, ਫੈਲ ਰਹੀ ਹੈ। ਚੌਪਈ ਅਵਰ ਨਰਨਾ ਸਰ ਜਨਮ ਸੋ ਧਾਰੇ। ਇਸ ਤਰ੍ਹਾਂ ਹੁਣ ਗੁਰੂ ਨਾਨਕ ਸਾਹਿਬ ਜੀ ਮਹਾਨ ਹੈ, ਪਰਮੇਸ਼ਰ ਰੂਪ, ਪਰ ਜਿਹੜਾ ਆਹ ਕਹਿਣਾ ਕਿ ਜਿਵੇਂ ਹੋਰ ਮਨੁੱਖ ਪੈਦਾ ਹੋਏ ਹੈ ਮਾਤਾ ਦੀ ਗਰਭ ਵਿੱਚ ਆ ਕੇ, ਜਿਵੇਂ ਅਸੀਂ ਜਨਮ ਲੈਂਦੇ ਹਾਂ, ਇਸ ਤਰ੍ਹਾਂ ਜਿਹੜਾ ਕਹਿਣਾ ਵੀ ਹੋਰਨਾਂ ਮਨੁੱਖਾਂ ਵਾਂਗ ਗੁਰੂ ਨਾਨਕ ਸਾਹਿਬ ਜੀ ਨੇ ਜਨਮ ਧਾਰਨ ਕੀਤਾ ਹੈ। ਕਈ ਤੇ ਲੋਕ ਜਨਮ ਹੀ ਕਹਿੰਦੇ ਹੈ, ਗੁਰੂ ਨਾਨਕ ਸਾਹਿਬ ਜੀ ਦਾ ਜਨਮ ਨਹੀਂ ਕਿਹਾ ਜਾਂਦਾ। ਜਿੰਨੇ ਆਪਣੇ ਗੁਰੂ ਸਾਹਿਬ ਹੈ, ਪਹਿਲੀ ਗੱਲ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਅੱਜ ਅਵਤਾਰ ਪੁਰਬ ਹੈ, ਅਵਤਾਰ ਕਿਹਾ ਜਾਂਦਾ ਹੈ, ਜਨਮ ਨਹੀਂ ਕਿਹਾ ਜਾਂਦਾ। ਬਹੁਤੇ ਲੋਕ ਅੱਜ ਜੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਹੋਇਆ, ਕਿਤਾਬਾਂ ਵਿੱਚ ਵੀ ਲਿਖਿਆ 1469 ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਹੋਇਆ। ਇਹ ਜਨਮ ਨਹੀਂ ਕਹੀਦਾ, ਅਵਤਾਰ ਕਹੀਦਾ ਹੈ ਗੁਰੂ ਸਾਹਿਬ ਜੀ ਦਾ। ਇਹੋ ਜਿਹੇ ਜਿਹੜੀਆਂ ਗੱਲਾਂ ਉਹ ਸੰਪਰਦਾਵਾਂ ਵਿੱਚ ਸਮਝਾਈਆਂ ਜਾਂਦੀਆਂ, ਹੋਰ ਕਿਤੇ ਕੋਈ ਨਹੀਂ ਦੱਸਦਾ ਅਤੇ ਨਾ ਕੋਈ ਮੰਨਦਾ ਹੈ। ਜਿਹੜਾ ਹੋਰਾਂ ਮਨੁੱਖਾਂ ਵਾਂਗ ਕਹਿਣਾ ਵੀ ਗੁਰੂ ਸਾਹਿਬ ਜੀ ਨੇ ਆ ਜਨਮ ਧਾਰਿਆ ਹੈ, ਅਵਤਾਰ ਦੀ ਬਜਾਏ ਜਨਮ ਧਾਰਿਆ ਕਹਿਣਾ ਹੈ। ਜੋ ਐਸੇ ਕਹੈ ਸੋ ਕੂੜਿਆਰੇ। ਜੋ ਇਸ ਤਰ੍ਹਾਂ ਕਹਿੰਦੇ ਆ ਉਹ ਝੂਠੇ ਲੋਕ ਹੈ, ਝੂਠ ਦਾ ਘਰ ਹੈ, ਜਿਹੜੇ ਕਹਿੰਦੇ ਹੈ ਵੀ ਮਹਾਰਾਜ ਜੀ ਤੇ ਆਮ ਹੀ ਇਨਸਾਨ ਸਨ। ਸੋ ਨਾਨਕ ਕੋ ਜਾਣਤ ਨਾਹੀ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਰੋਤੇ ਜਨੋ ਗੁਰੂ ਕੇ ਸਿੱਖੋ, ਉਹ ਲੋਕ ਗੁਰੂ ਨਾਨਕ ਸਾਹਿਬ ਜੀ ਨੂੰ ਜਾਣਦੇ ਨਹੀਂ ਹੈ, ਜਿਹੜੇ ਇਹ ਗੱਲ ਕਹਿੰਦੇ ਆ ਵੀ ਗੁਰੂ ਨਾਨਕ ਸਾਹਿਬ ਜੀ ਤੇ ਕਿਸੇ ਸਮੇਂ ਹੋਏ ਸੀ, ਹੁਣ ਚਲੇ ਗਏ ਹੈ, ਉਹਨਾਂ ਦੀ ਤੇ ਜੀ ਬੁੱਧੀ ਬੜੀ ਤੇਜ਼ ਸੀ। ਜਿਹੜੀਆਂ ਇਹੋ ਜਿਹੀਆਂ ਗੱਲਾਂ ਕਰਦੇ ਉਹ ਲੋਕ ਝੂਠੇ ਲੋਕ ਹੈ। ਗੁਰੂ ਨਾਨਕ ਸਾਹਿਬ ਜੀ ਤੇ ਪਰਮੇਸ਼ਰ ਰੂਪ ਹੈ। ਜਿਵੇਂ ਆ ਸਾਡੇ ਹੁਣ ਪ੍ਰਚਾਰਕ ਕਹਿੰਦੇ ਆ, ਢੰਡਰੀਆਂ ਵਾਲੇ ਵਰਗੇ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਸਾਡੇ ਗੁਰੂ ਆਮ ਹੀ ਇਨਸਾਨ ਹੈ, ਜਿਵੇਂ ਅਸੀਂ ਇਸੇ ਤਰ੍ਹਾਂ ਉਹ ਸਨ। ਜਿਹੜੇ ਦਰਬਾਰ ਸਾਹਿਬ ਦੀ ਇਮਾਰਤ ਹੈ, ਜੋ ਅਕਾਲ ਤਖਤ ਸਾਹਿਬ ਦੀ ਇਮਾਰਤ ਹੈ, ਕਹਿੰਦੇ ਜੀ ਇਹ ਆਮ ਹੀ ਮਕਾਨ ਹੈ। ਸਾਡੇ ਗੁਰੂ ਘਰ ਹੈ, ਉਹ ਕਹਿੰਦੇ ਆਮ ਹੀ ਮਕਾਨ ਹੈ। ਉਸ ਦੇ ਪ੍ਰਚਾਰ ਨੇ ਸਾਡਾ ਅੱਧਾ ਪੰਜਾਬ ਗੁੰਮਰਾਹ ਕੀਤਾ ਹੋਇਆ ਹੈ, ਅਤੇ ਲੋਕ ਸਾਰੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਹੁਣ ਗੁਰੂ ਨਹੀਂ ਮੰਨਦੇ। ਬਹੁਤੇ ਲੋਕ ਕਹਿੰਦੇ ਉਹ ਸਾਡੇ ਵਾਂਗ ਹੀ ਸਨ ਆਏ ਹੋਏ, ਸਾਡੇ ਵਾਂਗ ਹੀ ਉਹਨਾਂ ਨੇ ਤੁਰ ਫਿਰ ਕੇ ਪ੍ਰਚਾਰ ਕੀਤਾ ਹੈ ਜੀ। ਮਹਾਰਾਜ ਦੀ ਸ਼ਕਤੀ ਤੇ ਕੋਈ ਜਾਣਦੇ ਨਹੀਂ ਹੈ। ਇਹ ਲੱਖਾਂ ਪਤਾਲਾਂ 'ਚ ਜਦੋਂ ਗਏ ਗੁਰੂ ਸਾਹਿਬ ਜੀ, ਦੱਸੋ ਕਿਹੜਾ ਤੁਰ ਕੇ ਗਏ ਉਦੋਂ, ਜਦੋਂ ਆਕਾਸ਼ ਵਿਖਾਏ ਦਸਤਗੀਰ ਪੀਰ ਦੇ ਲੜਕੇ ਨੂੰ। ਇਹਨਾਂ ਗੱਲਾਂ ਨੂੰ ਲਕਾਸ਼ ਪਾ ਕੇ ਜਿਹੜੀ ਕੋਈ ਹੁਜਤਬਾਜ਼ੀ ਵਾਲੀ ਗੱਲ ਉਹ ਕਰਦੇ ਆ, ਅਸੀਂ ਲੋਕ ਮੰਨਦੇ ਹਾਂ। ਇੱਥੇ ਵੇਖ ਲਓ ਸਿੱਧਾ ਸਪਸ਼ਟ ਹੀ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਆ, ਜਿਹੜੇ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਤਰ੍ਹਾਂ ਜਾਣਦੇ ਵੀ ਜਿਵੇਂ ਅਸੀਂ ਪੈਦਾ ਹੋਏ ਹਾਂ ਮਾਤਾ ਦੀ ਗਰਭ ਦੇ ਰਾਹੀਂ, ਅਤੇ ਮਹਾਰਾਜ ਜੀ ਦਾ ਵੀ ਜਿਹੜਾ ਅਵਤਾਰ ਇਸੇ ਤਰ੍ਹਾਂ ਹੀ ਹੋਇਆ ਹੈ, ਉਹ ਲੋਕ ਐਸਾ ਕਹਿਣ ਵਾਲੇ ਝੂਠੇ ਆ। ਉਹ ਗੁਰੂ ਨਾਨਕ ਸਾਹਿਬ ਜੀ ਨੂੰ ਜਾਣਦੇ ਨਹੀਂ ਹਨ। ਨਿੰਦਕ ਨਿੰਦਾ ਪ੍ਰਾਹੀ। ਅਥਵਾ ਉਹਦੇ ਨਿੰਦਕ ਲੋਕ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਹੀ ਕਰਦੇ, ਕੋਈ ਵਡਿਆਈ ਨਹੀਂ ਕਰਦੇ, ਕੋਈ ਉਹ ਕਥਾ ਨਹੀਂ ਕਰਦੇ, ਕੋਈ ਉਹ ਦੀਵਾਨ ਨਹੀਂ ਲਾਉਂਦੇ। ਜਿਹੜੇ ਕਹਿੰਦੇ ਵੀ ਸਾਡੇ ਵਾਂਗ ਹੀ ਗੁਰੂ ਸਾਹਿਬ ਦੇ ਇਨਸਾਨ ਸਨ। ਅਤੇ ਗੁਰਬਾਣੀ 'ਚ ਬਚਨ ਹੈ, ਮਾਨੁਖ ਕਾ ਕਰ ਰੂਪ ਨਾ ਜਾਣ। ਹੇ ਮਨੁੱਖ, ਹੇ ਬੰਦਿਆ, ਤੂੰ ਗੁਰੂ ਨਾਨਕ ਸਾਹਿਬ ਜੀ ਨੂੰ ਜਾਂ ਆਪਣੇ ਗੁਰੂਆਂ ਨੂੰ ਤੂੰ ਮਨੁੱਖ ਨਾ ਸਮਝ ਵੀ ਆ ਸਾਡੇ ਸਾਹਮਣੇ ਬੈਠੇ ਹੈ, ਸਰੀਰ ਹੈ ਉਹਨਾਂ ਦਾ ਸਾਡੇ ਵਰਗਾ। ਕੋਈ ਸਰੀਰ ਨਹੀਂ ਹੁੰਦਾ ਗੁਰੂ ਦਾ। ਉਹਦੇ ਸਾਨੂੰ ਲੋਕਾਂ ਨੂੰ ਦਿਖਾਉਣ ਵਾਸਤੇ ਵੀ ਵੇਖ ਲੈਣ, ਸਾਨੂੰ ਦਰਸ਼ਨ ਕਰ ਲੈਣ, ਤਾਂ ਸਰੀਰ ਧਾਰਨ ਕੀਤਾ ਹੈ। ਉਂਝ ਤੇ ਗੁਰੂ ਸਾਹਿਬ ਜੀ ਜੋਤ ਰੂਪ ਹਰ ਆਪ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਮਹਾਰਾਜ ਜੀ ਦਾ ਕੋਈ ਸਰੀਰ ਨਹੀਂ ਹੈ। ਨਿੰਦਕ ਲੋਕ ਇਹੋ ਜਿਹਾ ਜਿਹੜਾ ਪ੍ਰਚਾਰ ਕਰਦੇ ਹੈ, ਉਹ ਗੁਰੂ ਸਾਹਿਬ ਜੀ ਦੀ ਕਥਾ ਨਹੀਂ ਕਰਦੇ, ਵਡਿਆਈ ਨਹੀਂ ਕਰਦੇ, ਉਹ ਤੇ ਨਿੰਦਿਆ ਹੀ ਸਮਝ ਲਓ ਮੂੰਹੋਂ ਕਰਦੇ ਬਕਦੇ ਹਨ। ਜੀਵਤ ਦੁੱਖ ਪਾਵਹਿ ਨਰ ਸੋਏ। ਇਹੋ ਜਿਹਾ ਬੋਲਣ ਵਾਲੇ ਵੇਖ ਲਿਓ ਇੱਕ ਦਿਨ ਜੀਂਦੇ ਵੀ ਉਹ ਦੁੱਖ ਪਾਉਣਗੇ, ਉਹ ਰੱਬ ਦੀ ਕੀਤੀ ਨਾ ਨਹੀਂ ਜਾਣਗੇ।
ਉਹ ਆਪਣੀ ਮੌਤੇ ਮਰਨਗੇ। ਮੋਏ ਨਰਕ ਪ੍ਰਾਪਤ ਹੋਏ। ਉਹ ਮਰ ਜਾਣਗੇ ਅਜਾਈ ਮੌਤੇ ਨਿੰਦਿਆ ਕਰਦੇ, ਅਖੀਰ ਉਹ ਨਰਕ ਨੂੰ ਪ੍ਰਾਪਤ ਹੋਣਗੇ, ਨਰਕ ਵਿੱਚ ਪੈਣਗੇ। ਬੇਅੰਤੀ ਦੇਵ ਵਾਰਿਸ਼, ਜਿਹਦੀ ਕੋਈ ਗਿਣਤੀ ਮਿਣਤੀ ਨਹੀਂ ਹੈ। ਨਹਿ ਜਾਣਹਿ ਕਹਤੇ ਜੋ ਭੂਲੇ। ਇਹ ਸਰੋਤੇ ਜਨੋ ਗੁਰੂ ਕੇ ਸਿੱਖੋ, ਜੋ ਨਹੀਂ ਨਾ ਜਾਣਦੇ ਉਹ ਵਿਚਾਰੇ ਭੁੱਲੇ ਹੋਏ ਗੁਰੂ ਸਾਹਿਬ ਜੀ ਨੂੰ ਐਵੇਂ ਸਮਝਦੇ ਆ, ਭੁੱਲੇ ਹੋਏ ਕਈ ਜਾਂਦੇ ਹਨ। ਅਬ ਸੁਨ ਸੋ ਹੋਵਹਿ ਅਨਕੂਲੇ। ਜਿਹੜੇ ਹੁਣ ਭਾਈ ਸੰਤੋਖ ਸਿੰਘ ਜੀ ਨੇ ਉਸ ਵੇਲੇ ਉਹ ਸਰੋਤਿਆਂ ਨੂੰ ਕਿਹਾ ਵੀ ਜਿਹੜੇ ਨਹੀਂ ਗੁਰੂ ਸਾਹਿਬ ਜੀ ਨੇ ਐਸਾ ਮਹਾਨ ਸਮਝਦੇ ਜਾਣਦੇ, ਉਹ ਭੁੱਲੇ ਹੋਏ ਕਈ ਜਾ ਰਹੇ ਆ। ਜਿਹੜੇ ਹੁਣ ਸੁਣ ਲੈਣਗੇ ਫਿਰ ਉਹ ਅਨੁਕੂਲੇ ਹੋ ਜਾਣਗੇ, ਉਹ ਸਮਝ ਜਾਣਗੇ, ਅਨਸਾਰੀ ਹੋ ਜਾਣਗੇ। ਇਸੇ ਤਰ੍ਹਾਂ ਜਿਹੜੇ ਕੋਈ ਆਪਣੇ ਮੁਖੋਂ ਅੱਜ ਕੱਲ੍ਹ ਵੀ ਪ੍ਰਚਾਰਕ ਬੋਲਦੇ ਆ, ਜਦੋਂ ਇਹ ਇਤਿਹਾਸ ਪੜ੍ਹਨਗੇ, ਕੁਝ ਵਿਸ਼ਵਾਸ ਕਰਨਗੇ, ਫਿਰ ਉਹ ਇਹ ਗੱਲਾਂ ਕਹਿਣੀਆਂ ਉਹ ਭੁੱਲ ਜਾਣਗੇ। ਮਹਾਰਾਜ ਜੀ ਦੇ ਅਨਸਾਰੀ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਮਝਣਗੇ। ਦੋਹਰਾ ਸੁਣ ਸਰੋਤਨ ਸੁਖ ਪਾਏ ਮਨ। ਸੁਣ ਕੇ ਸਰੋਤੇ ਜਨਾਂ ਨੇ ਭਾਈ ਸੰਤੋਖ ਸਿੰਘ ਦਾ ਬਚਨ ਮਨਾਂ ਵਿੱਚ ਸੁਖ ਪਾਇਆ। ਕੀਨਾ ਬਹਰ ਸੰਦੇਹ। ਮੁੜ ਜਿਹੜਾ ਫਿਰ ਸੰਸਾ ਕੀਤਾ, ਵਦੀਰ ਦੇ ਮਹਿਲਾਲਸਾ। ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਬੜੀ ਲਾਲਸਾ ਵਧੀ ਹੈ। ਕਥਾ ਸੁਣਨ ਪਰ ਜੇਹ। ਜਿਨ੍ਹਾਂ ਸਰੋਤਿਆਂ ਦੇ ਮਨਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਕਥਾ ਸੁਣਨ ਦੀ ਬੜੀ ਜਿਹੜੀ ਇੱਛਾ ਵਧੀ ਹੈ, ਉਹਨਾਂ ਨੇ ਫਿਰ ਸੰਸਾ ਕੀਤਾ ਹੈ। ਚੌਪਈ ਆਸ ਬਿਦ ਸਰੋਤਨ ਬਚਨ ਉਚਾਰੇ। ਸੰਸਾ ਕਰਦਿਆਂ ਹੋਇਆਂ ਗੁਰੂ ਕੇ ਸਿੱਖਾਂ ਨੇ ਫਿਰ ਇਸ ਤਰ੍ਹਾਂ ਸਰੋਤਿਆਂ ਨੇ ਬਚਨ ਕਿਹਾ। ਸੁਨਹੁ ਕਵੀ ਇਵ ਗ੍ਰੰਥ ਮਝਾਰੇ। ਭਾਈ ਸੰਤੋਖ ਸਿੰਘ ਕਵੀ ਜੀ, ਸਾਡਾ ਬਚਨ ਸੁਣੋ, ਸਾਡੀ ਬੇਨਤੀ ਸੁਣੋ ਕਿ ਐਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਚਨ ਲਿਖਿਆ ਹੋਇਆ ਹੈ। ਤੂੰ ਤਾਂ ਜਨਕ ਰਾਜ ਅਵਤਾਰਾ। ਉਹ ਕੀ ਬਚਨ ਲਿਖਿਆ ਹੈ ਕਿ ਭੱਟਾਂ ਦੀ ਸਵਈਆਂ ਵਿੱਚ ਬਚਨ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ, ਤੂੰ ਤਾਂ ਜਨਕ ਰਾਜਾ ਅਵਤਾਰ, ਤੂੰ ਤਾਂ ਗੁਰੂ ਨਾਨਕ ਸਾਹਿਬ ਜਨਕ ਰਾਜੇ ਦਾ ਅਵਤਾਰ ਹੈ। ਇਹ ਬਿਦ ਲਿਖਿਓ ਵਾਕ ਸੁਖਕਾਰਾ। ਸੁਖ ਨੂੰ ਕਰਨ ਵਾਲਾ ਇਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਚਨ ਲਿਖਿਆ ਭਾਈ ਸੰਤੋਖ ਸਿੰਘ ਜੀ। ਗੁਰੂ ਗ੍ਰੰਥ ਕੀ ਸਾਖੀ ਪਾਵੈ। ਫਿਰ ਜਦੋਂ ਕੋਈ ਵਿਦਵਾਨ ਵੀ ਕਥਾ ਕਰਦਾ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹ ਸਾਖੀ ਗਵਾਹੀ ਪਾਉਂਦਾ ਹੈ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਵੇਖੋ ਆ ਜਨਕ ਰਾਜੇ ਦਾ ਅਵਤਾਰ ਕਿਹਾ ਹੈ। ਤੋ ਹਮਾਰੋ ਸੰਦੇਹ ਮਿਟਾਵੈ। ਤਦੋਂ ਸਾਡੇ ਜਿਹੜੇ ਸੰਸ਼ੇ ਮਿਟਾਉਂਦੇ ਐਵੇਂ ਕਹਿ ਕਰਕੇ, ਜਾਂ ਇਹ ਇਸੇ ਤਰ੍ਹਾਂ ਹੀ ਸਮਝ ਲੈਣਾ ਅਰਥ ਗੁਰੂ ਗ੍ਰੰਥ ਕੀ ਸਾਖੀ ਪਾਵੈ। ਭਾਈ ਸੰਤੋਖ ਸਿੰਘ ਜੀ, ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਈ ਗਵਾਹੀ ਪਾ ਕੇ ਸਾਨੂੰ ਦੱਸੋ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਹੁਤ ਮਹਾਨ ਹਨ, ਪਰਮੇਸ਼ਰ ਰੂਪ ਹਨ, ਰਾਜੇ ਜਨਕ ਦਾ ਅਵਤਾਰ ਨਹੀਂ ਹੈ। ਇਹ ਗਵਾਹੀ ਪਾ ਕੇ ਦੱਸੋ ਤੇ ਸਾਡਾ ਜਿਹੜਾ ਸੰਸਾ ਮਨ ਵਿੱਚ ਹੋਇਆ ਉਹਨੂੰ ਮਿਟਾਓ। ਜਾ ਕੇ ਬਚਨ ਅਮੋਲ ਅਡੋਲਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਬਚਨ ਹੈ ਉਹ ਮੁੱਲ ਤੋਂ ਰਹਿਤ, ਜਿਨ੍ਹਾਂ ਦਾ ਮੁੱਲ ਕੋਈ ਨਹੀਂ ਆ, ਅਡੋਲ ਹਨ, ਜਿਹੜੇ ਅਬਚਲ ਅਟਲ ਬਚਨ ਹਨ। ਸੁਖ ਦਾ ਮੰਗਲ ਮੂਲ ਅਤੁਲਾ। ਸੁਖ ਦੇਣ ਵਾਲੇ ਹੈ, ਮੰਗਲ ਖੁਸ਼ੀਆਂ ਦਾ ਮੁੱਢ ਹੈ, ਤੋਲਣ ਤੋਂ ਰਹਿਤ, ਤੋਲੇ ਨਹੀਂ ਜਾ ਸਕਦੇ। ਸ਼ਾਸਤਰਾਂ ਪੁਰਾਣਾ ਰੂਪ ਵੱਟਿਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਤੋਲੇ ਨਹੀਂ ਜਾ ਸਕਦੇ, ਅਤੋਲ ਹਨ, ਭਾਰੇ ਹਨ। ਸੁਣ ਕਰ ਕਵੀ ਗ੍ਰੰਥ ਕੀ ਗਾਥਾ। ਸੁਣ ਕਰਕੇ ਜੇ ਭਾਈ ਸੰਤੋਖ ਸਿੰਘ ਜੀ
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹ ਕਥਾ ਕਰ ਔਰ ਹਰਖ ਕਹਿਤ ਤਿੰਨ ਸਾਥਾ। ਹਿਰਦੇ ਵਿੱਚ ਬਹੁਤ ਖੁਸ਼ੀ ਕਰਕੇ ਤੇ ਉਹਨਾਂ ਦੇ ਨਾਲ ਫਿਰ ਇਸ ਤਰ੍ਹਾਂ ਕਿਹਾ, ਧਨ ਗਿਰਾ ਮਤ ਧਨ ਤੁਮਾਰੀ। ਐ ਵੀ ਸਰੋਤਿਓ, ਧਨ ਹੈ ਤੁਹਾਡੀ ਮਤ, ਧਨ ਹੈ ਤੁਹਾਡੀ ਬਾਣੀ ਬਚਨ। ਜਾਤੇ ਮਨ ਮਹਿ ਸਮਝ ਉਚਾਰੀ। ਇਸੇ ਵਾਸਤੇ ਤੁਹਾਡੀ ਮਤ ਧਨ ਕਿਉਂ ਮੈਂ ਕਿਹਾ ਹੈ ਕਿ ਕਿਉਂਕਿ ਜਿਨ੍ਹਾਂ ਦੀ ਮਤ ਧਨ ਹੁੰਦੀ, ਉੱਚੀ ਹੁੰਦੀ ਹੈ, ਉਹੀ ਉਹ ਗੁਰੂ ਕੇ ਸਿੱਖ ਹੈ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ। ਸਿੱਖਾਂ ਦਾ ਮਨ ਨੀਵਾ ਹੈ, ਮਤ ਬੜੀ ਉੱਚੀ ਹੁੰਦੀ ਹੈ। ਗੱਲ ਗੱਲ ਨੂੰ ਫੜ ਲੈਂਦੇ ਗੁਰੂ ਕੇ ਜਿਹੜੇ ਸਿੱਖ ਨਾਮ ਸਿਮਰਨ ਦੇ ਅਭਿਆਸੀ ਹੈ, ਜਿਹੜੇ ਆ ਝੂਠੇ ਭੇਖ ਦੇ ਲੋਕ ਸਿੱਖ ਨਹੀਂ ਹੈ, ਉਹਦੇ ਅਗਲੇ ਦੀ ਗੱਲ ਗੱਲ ਫੜ ਲੈਂਦੇ ਵੀ ਇਹ ਪ੍ਰਚਾਰਕ, ਇਹ ਵਿਦਵਾਨ ਕੀ ਬੋਲ ਰਿਹਾ ਹੈ, ਕੀ ਕਹਿ ਰਿਹਾ ਹੈ, ਉਹ ਗੱਲ ਨੂੰ ਕੈਚ ਕਰਦੇ ਆ। ਕਹਿੰਦੇ ਵੀ ਇਸੇ ਵਾਸਤੇ ਹੀ ਮੈਂ ਮਨ ਜਿਹੜਾ ਤੁਸਾਂ ਨੇ ਮਨ ਵਿੱਚ ਸਮਝ ਕੇ ਗੱਲ ਮੈਨੂੰ ਕਹੀ ਹੈ। ਕਹਿਤ ਮਹਤ ਕੀ ਮਹਤ ਹੈ ਸਾਖੀ। ਕਿਉਂਕਿ ਜਿਹੜੇ ਵੱਡੇ ਪੁਰਸ਼ ਹੁੰਦੇ ਉਹ ਵੱਡਿਆਂ ਦੀ ਹੀ ਗੱਲਬਾਤ ਕਹਿੰਦੇ, ਉਹ ਵੱਡਿਆਂ ਦੀ ਸਾਖੀ ਕਹਿੰਦੇ ਹਨ। ਨਹੀਂ ਅਲਪ ਤੇ ਜਾਵਹਿ ਭਾਖੀ। ਜਿਹੜਾ ਕੋਈ ਛੋਟਾ ਹੋਵੇ, ਥੋੜੀ ਬੁੱਧੀ ਵਾਲਾ, ਜਿਹਦੀ ਬੁੱਧੀ ਕੋਈ ਕੰਮ ਨਹੀਂ ਕਰਦੀ, ਉਹਦੇ ਤੋਂ ਇਹ ਗੱਲ ਨਹੀਂ ਕਹੀ ਜਾ ਸਕਦੀ, ਉਹ ਨਹੀਂ ਸਮਝ ਸਕਦਾ। ਉਹਦੇ ਸਾਹਮਣੇ ਤੇ ਇੱਥੇ ਭਾਵੇਂ ਅਸੀਂ ਗੁਰੂ ਕੀ ਹਜ਼ੂਰੀ 'ਚ ਕੁਝ ਵੀ ਬੋਲ ਜਾਈਏ, ਕਈ ਵਿਚਾਰੇ ਇਹੋ ਜਿਹੀਆਂ ਭੋਲੀਆਂ ਰੂਹਾਂ ਹੈ, ਗਲਤ ਸਾਖੀਆਂ ਸੁਣਾ ਜੋ, ਗਲਤ ਬੋਲ ਜੋ, ਉਹ ਵਿਚਾਰੇ ਸੇਰੀ ਮਾਰੀ ਜਾਣਗੇ, ਕਿਉਂਕਿ ਪਤਾ ਹੀ ਨਹੀਂ ਹੈ ਕੁਝ ਇਹ ਜਿਹੜਾ ਅਗਲੇ ਪਾਸੇ ਸੁਣਾ ਰਿਹਾ ਹੈ ਇਹ ਸਹੀ ਸੁਣਾਇਆ ਕਿ ਨਹੀਂ ਗਲਤ ਸੁਣਾਇਆ। ਉਹ ਸੁਣਨ ਵਾਲੇ ਵਿਚਾਰੇ ਭੋਲੇ, ਕਿਉਂਕਿ ਪਤਾ ਨਹੀਂ ਹੈ, ਗਿਆਨ ਨਹੀਂ ਹੈ, ਉਹ ਸਿਰ ਆਪਣਾ ਮਾਰ ਦਿੰਦੇ ਵੀ ਇਹ ਗਿਆਨੀ ਬਹੁਤ ਕਥਾ ਕਰਦਾ ਹੈ। ਅਸਲ ਵਿੱਚ ਉਹ ਕੂੜ ਪ੍ਰਚਾਰ ਹੀ ਕਰ ਜਾਂਦੇ ਬਹੁਤੇ, ਤੇ ਸਮਝ ਨਹੀਂ ਆਉਂਦੀ ਗਿਆਨ ਨਾ ਹੋਣੇ ਕਰਕੇ। ਇਹ ਜਿਹੜੇ ਛੋਟੀ ਬੁੱਧੀ ਵਾਲੇ ਛੋਟੇ ਹੁੰਦੇ ਆ, ਉਹਨਾਂ ਕੋਈ ਗੱਲ ਨਹੀਂ ਕਹੀ ਜਾ ਸਕਦੀ, ਉਹ ਨਹੀਂ ਦੱਸ ਸਕਦੇ ਵੀ ਸਹੀ ਕੀ ਤੇ ਠੀਕ ਕੀ ਹੈ। ਸ੍ਰੀ ਨਾਨਕ ਇਤਿਹਾਸ ਪੁਨੀਤਾ। ਸਰੋਤਿਓ, ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਤਿਹਾਸ ਇਹ ਤੇ ਬਹੁਤ ਪਵਿੱਤਰ ਹੈ। ਗ੍ਰੰਥ ਅਨੁਸਾਰ ਕਥੀ ਮੈਂ ਰੀਤਾ। ਇਹ ਜਿਹੜਾ ਇਤਿਹਾਸ ਮੈਂ ਕਿਹਾ ਹੈ ਨਾ, ਇਹ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਰਿਆਦਾ ਅਨੁਸਾਰ, ਰੀਤੀ ਅਨੁਸਾਰ ਹੀ ਮੈਂ ਕਥਨ ਕੀਤਾ ਹੈ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬ ਜੀ ਦੀ ਵਡਿਆਈ ਕੀਤੀ ਹੈ, ਉਸੇ ਹਿਸਾਬ ਦੇ ਨਾਲ ਹੀ ਮੈਂ ਇਤਿਹਾਸ ਇਹ ਬਿਆਨ ਕੀਤਾ ਹੈ। ਕੌਣ ਗੁਰਦਾਸ ਭਇਓ ਜੋ ਭਾਈ। ਫਿਰ ਜੋ ਭਾਈ ਗੁਰਦਾਸ ਜੀ ਹੋਏ ਹਨ, ਕਛਕ ਕੀਨਾ ਜੇ ਗੁਰੂ ਵਡਾਈ। ਕੁਝ ਕੁ ਉਹਨਾਂ ਨੇ ਵੀ ਆਪਣੀਆਂ ਵਾਰਾਂ ਕਵਿਤਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਡਿਆਈ ਕੀਤੀ ਹੈ। ਸ੍ਰੀ ਅਰਜਨ ਕੀ ਰਹਿਤ ਹਜੂਰਾ। ਜੋ ਭਾਈ ਗੁਰਦਾਸ ਜੀ ਹਰ ਵਕਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਹਿੰਦੇ ਸੀ, ਸੇਵਾ ਵਿੱਚ ਤਿਆਰ ਬਰ ਤਿਆਰ। ਸਿੱਖੀ ਅਦਕ ਪ੍ਰੇਮ ਬ੍ਰਤ ਪੂਰਾ। ਜਿਸ ਭਾਈ ਗੁਰਦਾਸ ਜੀ ਦੇ ਹਿਰਦੇ ਵਿੱਚ ਬਹੁਤ ਜ਼ਿਆਦੀ ਸਿੱਖੀ ਸੀ, ਬਹੁਤਾ ਪ੍ਰੇਮ ਸੀ ਗੁਰੂ ਦੀ ਸਿੱਖੀ ਦਾ। ਬ੍ਰਤ ਜਿਹੜੇ ਨਿਯਮ ਹੈ, ਅਸੂਲ ਹੈ, ਉਹਨਾਂ ਵਿੱਚ ਵੀ ਉਹ ਪੂਰੇ ਸਨ। ਸੁਨ ਗੁਰ ਅਰਜਨ ਜਿਹ ਕੀ ਬਾਣੀ। ਜਿਸ ਭਾਈ ਗੁਰਦਾਸ ਆਪਣੇ ਮਾਮਾ ਜੀ ਦੀ ਰਿਸ਼ਤੇ ਵਜੋਂ ਮਾਮਾ ਜੀ ਲੱਗਦੇ ਸੀ ਗੁਰੂ ਸਾਹਿਬ ਜੀ ਦੇ, ਜਿਸ ਭਾਈ ਗੁਰਦਾਸ ਜੀ ਦੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਸੁਣ ਕੇ ਬਾਰ ਦਿਨ ਅਸਬਿਦ ਗਤ ਦਾਨੀ। ਮੁਕਤੀ ਦਾਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਤਰ੍ਹਾਂ ਵਰ ਦਿੱਤਾ ਸੀ ਕਿ ਭਾਈ ਗੁਰਦਾਸ ਜੀ ਬੜਹਿ ਪ੍ਰੇਮ ਕਰ ਕੈ ਸਿੱਖ ਜੋ। ਜਿਹੜਾ ਵੀ ਗੁਰੂ ਕਾ ਸਿੱਖ ਤੁਹਾਡੇ ਜਿਹੜੀ ਬਾਣੀ ਵਾਰਾਂ ਤੇ ਕਵਿਤਾ ਨੂੰ ਪੜ੍ਹੇਗਾ ਬੜਾ ਪ੍ਰੇਮ ਕਰਕੇ, ਸਿੱਖੀ ਕੋ ਪ੍ਰਾਪਤ ਹੋਇਆ ਸੋ। ਉਹ ਗੁਰੂ ਕਾ ਸਿੱਖ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਨੂੰ ਪ੍ਰਾਪਤ ਹੋ ਜਾਊਗਾ, ਕਦੀ ਨਹੀਂ ਉਹ ਡੋਲੂਗਾ,
ਐ ਤਿਆਰ ਬਰ ਤਿਆਰ ਹੋਊਗਾ, ਸਿੱਖੀ ਦੇ ਮਾਰਗ ਤੇ ਉਹ ਮਾਰ ਨਹੀਂ ਖਾਏਗਾ। ਤਿਹ ਅਨੁਸਾਰ ਕਥੀ ਮੈਂ ਗਾਥਾ। ਉਸ ਭਾਈ ਗੁਰਦਾਸ ਜੀ ਦੀਆਂ ਜਿਹੜੀਆਂ ਵਾਰਾਂ ਤੇ ਕਵਿਤ ਹੈ, ਉਹਨਾਂ ਦੇ ਅਨੁਸਾਰ ਹੀ ਮੈਂ ਸਰੋਤੇ ਜਨੋ ਇਹ ਕਥਾ ਕਹੀ ਹੈ। ਤਿਹ ਕੀ ਸਾਖ ਸਨਹੁ ਹਿਤ ਸਾਥਾ। ਉਸ ਭਾਈ ਗੁਰਦਾਸ ਜੀ ਦੀ ਬਾਣੀ ਦੀ ਜਿਹੜੀ ਗਵਾਹੀ ਹੈ, ਉਹ ਬੜਾ ਪ੍ਰੇਮ ਦੇ ਕੇ ਤੁਸੀਂ ਸੁਣੋ। ਸ੍ਰੀ ਗੁਰੂ ਗੋਬਿੰਦ ਸਿੰਘ ਹਦੂਰੀ। ਫਿਰ ਜੋ ਧੰਨ ਧੰਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ, ਉਹਨਾਂ ਦੀ ਹਜ਼ੂਰੀ ਹੈ। ਮੰਨੀ ਸਿੰਘ ਭਇਓ ਗਤਰੂਰੀ। ਜੋ ਉਹਨਾਂ ਦੀ ਹਜ਼ੂਰੀ ਵਿੱਚ ਭਾਈ ਮਣੀ ਸਿੰਘ ਹੋਇਆ, ਜਿਹਦੀ ਮਰਿਆਦਾ ਰੀਤੀ ਅਵਸਥਾ ਬੜੀ ਸੋਹਣੀ ਹੈ। ਜਿਹ ਸਿਰ ਲੋ ਸਿੱਖੀ ਨਿਰਬਾਹੀ। ਜਿਸ ਭਾਈ ਮਣੀ ਸਿੰਘ ਜੀ ਨੇ ਆਪਣੇ ਸੀਸ ਤੋਂ ਲੈ ਕੇ ਚਰਨਾਂ ਦੇ ਗੂਠੇ ਤੱਕ ਸਿੱਖੀ ਨਿਭਾਈ ਹੈ, ਆਪਣਾ ਬੰਦ ਕਟਾ ਕੇ ਟੋਕਰਿਆਂ ਦੇ ਟੋਕਰੇ ਭਰਵਾਤੇ ਸਨ। ਤਿਹ ਅਨੁਸਾਰ ਕਥਾ ਮੈਂ ਪ੍ਰਾਹੀ। ਉਸ ਭਾਈ ਮਣੀ ਸਿੰਘ ਜੀ ਦੀ ਜਿਹੜੀ ਲਿਖੀ ਹੋਈ ਜਨਮ ਸਾਖੀ ਪ੍ਰਾਤਨ ਗੁਰੂ ਨਾਨਕ ਸਾਹਿਬ ਜੀ ਦੀ, ਉਸ ਅਨੁਸਾਰ ਵੀ ਮੈਂ ਕਥਾ ਜਿਹੜੀ ਉਹ ਕਹੀ ਹੈ। ਪ੍ਰਿਥਮੈ ਸਨਹੁ ਗ੍ਰੰਥ ਕੀ ਸਾਖੀ। ਐ ਸਰੋਤੇ ਜਨੋ ਗੁਰੂ ਕੇ ਸਿੱਖੋ, ਸਭ ਤੋਂ ਪਹਿਲਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਗੁਰੂ ਨਾਨਕ ਦੇਵ ਮਹਾਰਾਜ ਦੇ ਸੰਬੰਧ ਵਿੱਚ ਗਵਾਹੀ ਸੁਣੋ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਭਲਾ ਬਚਨ ਕਹਿੰਦੇ ਹਨ। ਹਿਰਦੇ ਮਹਿ ਸ਼ਰਧਾ ਦਿੜ ਰਾਖੀ। ਆਪਣੇ ਹਿਰਦਿਆਂ ਵਿੱਚ ਜਿਹੜੀ ਸ਼ਰਧਾ ਨਾ ਉਹ ਪੱਕੀ ਰੱਖ ਕੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਬਚਨ ਕਹਿੰਦੇ ਆ, ਉਹ ਧਿਆਨ ਦੇ ਕੇ ਸੁਣੋ। ਆਪ ਨਰਾਇਣ ਕਲਾ ਧਾਰ। ਫਿਰ ਸਰੋਤਿਆਂ ਨੂੰ ਪ੍ਰਮਾਣ ਦੇ ਕੇ ਸਮਝਾਇਆ ਹੈ, ਜੋ ਸਵਈਏ ਮਹੱਲੇ ਤੀਜੇ ਕੇ ਭੱਟ ਸਾਹਿਬਾਨਾਂ ਦੀ ਬਾਣੀ ਆਉਂਦੀ ਹੈ ਕਿ ਹੇ ਸਰੋਤੇ ਜਨੋ, ਜੋ ਆਪ ਪਰਮੇਸ਼ਰ ਨਾਰਾਇਣ ਜੋ ਨਰਾਂ ਵਿੱਚ ਆਇਆ ਹੈ, ਸ਼ਕਤੀ ਕਲਾ ਨੂੰ ਧਾਰ ਕੇ ਜਗ ਮਹਿ ਪਰਵਰਿਓ। ਉਸ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਕਲਾ ਧਾਰ ਕੇ ਆ ਸੰਸਾਰ ਦੇ ਵਿੱਚ ਉਹ ਪਰਮੇਸ਼ਰ ਪ੍ਰਗਟ ਹੋਇਆ, ਸੰਸਾਰ ਦੇ ਵਿੱਚ ਆਇਆ। ਨਿਰੰਕਾਰ ਆਕਾਰ। ਜੋ ਆਕਾਰਾਂ ਤੋਂ ਰਹਿਤ ਹੈ ਨਾ, ਨਿਰੰਕਾਰ ਪਰਮੇਸ਼ਰ, ਉਸਨੇ ਗੁਰੂ ਨਾਨਕ ਸਾਹਿਬ ਜੀ ਸਰੂਪ ਆਕਾਰ ਬਣਾ ਕੇ ਜੋਤ ਜਗ ਮੰਡਲ ਕਰਿਓ। ਜੋ ਜਗਤ ਮੰਡਲ ਹੈ, ਸੰਸਾਰ ਮੰਡਲ ਹੈ, ਸਮੂਹ ਸੰਸਾਰ ਦੇ ਵਿੱਚ ਜੋਤ ਭਾਵ ਪ੍ਰਕਾਸ਼ ਕੀਤਾ। ਜੋ ਜਗ ਮੰਡਲ, ਇਹ ਜੋ ਸਮੂਹ ਸੰਸਾਰ ਮੰਡਲ ਹੈ, ਇਸ ਦੇ ਵਿੱਚ ਜੋ ਨਿਰੰਕਾਰ ਪਰਮੇਸ਼ਰ ਹੈ, ਜਿਸ ਦਾ ਕੋਈ ਆਕਾਰ ਨਹੀਂ ਹੈ, ਉਸ ਨੇ ਗੁਰੂ ਨਾਨਕ ਸਾਹਿਬ ਜੀ ਦਾ ਆਕਾਰ ਧਾਰਨ ਕਰਕੇ ਤੇ ਜੋਤ ਪ੍ਰਕਾਸ਼ ਕੀਤਾ ਇਸ ਸੰਸਾਰ ਮੰਡਲ ਵਿੱਚ। ਜਹ ਕਹ ਤਹ ਭਰਪੂਰ। ਜਿੱਥੇ ਕਿੱਥੇ ਵੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਭਰਪੂਰ ਹੀ ਹੋ ਰਹੇ ਹੈ। ਸ਼ਬਦ ਦੀਪਕ ਦੀਪਾਇਓ। ਜੋ ਸ਼ਬਦ ਰੂਪੀ ਦੀਵਾ ਹੈ, ਉਸ ਦਾ ਦੀਪਾਇਓ ਪ੍ਰਕਾਸ਼ ਕੀਤਾ। ਜਿਹ ਸਿੱਖ ਹੈ ਸੰਗ੍ਰਹਿਓ। ਜਿਹੜੇ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਰੂਪੀ ਦੀਵੇ ਨੂੰ ਸੰਗ੍ਰਹਿਓ ਇਕੱਤਰ ਕੀਤਾ, ਗ੍ਰਹਿਣ ਕੀਤਾ ਭਲੀ ਪ੍ਰਕਾਰ। ਤਤ ਹਰ ਚਰਨ ਮਿਲਾਇਓ। ਉਹਨਾਂ ਨੂੰ ਬੜੀ ਤਤ ਕੀ ਸ਼ੀਘਰ, ਬੜੀ ਛੇਤੀ ਨਾਲ ਹੀ ਹਰੀ ਪਰਮੇਸ਼ਰ ਦੇ ਚਰਨਾਂ ਨਾਲ ਮਿਲਾ ਦਿੱਤਾ। ਨਾਨਕ ਕੁਲ ਨਿਮਲ ਅਵਤਰਿਓ। ਗੁਰੂ ਨਾਨਕ ਸਾਹਿਬ ਜਿਹੜੀ ਸਿੱਖੀ ਰੂਪ ਕੁਲ ਹੈ, ਨਿਰਮਲ, ਉਹਦੇ ਵਿੱਚ ਪ੍ਰਗਟ ਹੋਏ। ਅੰਗਦ ਲਹਿਣੇ ਸੰਗ ਹੁਆ। ਗੁਰੂ ਅੰਗਦ ਦੇਵ ਮਹਾਰਾਜ ਜੋ ਭਾਈ ਲਹਿਣਾ ਰੂਪ ਸਨ, ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਨਾਲ ਹੋ ਕਰਕੇ ਤੇ ਗੁਰੂ ਅੰਗਦ ਦੇਵ ਜੀ ਹੋਏ। ਗੁਰ ਅਮਰਦਾਸ ਤਾਰਨ ਤਰਨ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਹੋ ਗਏ, ਜੋ ਸੰਸਾਰ ਤੋਂ ਤਾਰਨ ਲਈ ਤਰਨ ਕਹੀਏ ਜਹਾਜ਼ ਵੱਤ। ਜਨਮ ਜਨਮ ਪਾਸਨ ਤੋਆ। ਇਸ ਕਰਕੇ ਭਾਈ ਤੂੰ ਆਪਣੇ ਆਪ ਨੂੰ ਐਸੇ ਸਤਿਗੁਰਾਂ ਦੀ ਸ਼ਰਣੀ ਪਾਈ ਰੱਖ।
ਸਤ ਜੁਗ ਤੈ ਮਾਣਿਓ। ਹੋਰ ਵੀ ਸੁਣੋ ਜੋ ਸਵਈਏ ਮਹੱਲੇ ਪਹਿਲੇ ਕੇ ਭੱਟਾਂ ਸਾਹਿਬਾਨਾਂ ਦੀ ਬਾਣੀ ਹੈ। ਉਹਨਾਂ ਨੇ ਉਸ ਪਰਮੇਸ਼ਰ ਦੇ ਸੰਬੰਧ ਵਿੱਚ, ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਇਸ ਤਰ੍ਹਾਂ ਕਿਹਾ ਹੈ ਕਿ ਹੇ ਪਰਮੇਸ਼ਰ, ਆ ਸਤਿਯੁਗ ਦੇ ਵਿੱਚ ਆਪ ਜੀ ਨੇ ਸਤਿਯੁਗ ਦੇ ਵਿੱਚ ਹੇ ਪਰਮੇਸ਼ਰ ਆਪ ਨੇ ਆਨੰਦ ਰੂਪ ਹੋ ਕੇ, ਮੌਜ ਰੂਪ ਹੋ ਕੇ ਮਾਣਿਆ। ਛਲਿਓ ਬਲ ਬਾਵਨ ਪਾਇਓ। ਆਪ ਜੀ ਦੇ ਹੁਕਮ ਨਾਲ 52 ਅਵਤਾਰ ਹੋਇਆ ਤੇ ਜਿਹੜਾ ਬਲ ਰਾਜਾ ਸੀ ਉਹਨੂੰ ਛਲਿਆ ਹੀ ਤੁਹਾਨੂੰ ਪਾਇਆ, ਚੰਗਾ ਲੱਗਾ। ਤ੍ਰੇਤੈ ਤੈ ਮਾਣਿਓ। ਫਿਰ ਤ੍ਰੇਤੇ ਦੇ ਵਿੱਚ ਆਪ ਜੀ ਨੇ ਮਾਣਿਆ, ਆਨੰਦ ਕੀਤਾ। ਰਾਮ ਰਘੁਵੰਸ਼ ਕਹਾਇਓ। ਤੇ ਆਪ ਜੀ ਦੇ ਹੁਕਮ ਅਨੁਸਾਰ ਹੀ ਸ੍ਰੀ ਰਾਮਚੰਦਰ ਭਗਵਾਨ ਹੋਏ ਤੇ ਰਘੁਵੰਸ਼ੀ ਕਹਾਏ। ਦੁਆਪਰ ਕ੍ਰਿਸ਼ਨ ਮੁਰਾਰ। ਆਪ ਜੀ ਦੇ ਹੁਕਮ ਅਨੁਸਾਰ ਆ ਦੁਆਪਰ ਜਿਹੜਾ ਹੈ ਯੁੱਗ, ਇਸ ਵਿੱਚ ਕ੍ਰਿਸ਼ਨ ਮੁਰਾਰੀ ਰੂਪ ਹੋ ਗਏ। ਕੰਸ ਕਿਰਤ ਰਥ ਕੀਓ। ਜੋ ਕੰਸ ਸੀ ਦੁਸ਼ਟਤਾਈ ਕਰਦਾ, ਕ੍ਰਿਸ਼ਨ ਭਗਵਾਨ ਦਾ ਮਾਮਾ, ਆਪ ਜੀ ਦੇ ਹੁਕਮ ਅਨੁਸਾਰ ਉਸ ਕੰਸ ਨੂੰ ਕਿਰਤਾਰਥ ਕੀਤਾ, ਉਹਨੂੰ ਨਿਹਾਲ ਕੀਤਾ, ਮੁਕਤ ਕੀਤਾ। ਉਗਰਸੈਨ ਕੋ ਰਾਜ। ਤੇ ਆਪਣੇ ਨਾਨੇ ਨੂੰ ਕ੍ਰਿਸ਼ਨ ਭਗਵਾਨ ਨੇ ਤੁਹਾਡੇ ਹੁਕਮ ਨਾਲ ਉਗਰਸੈਨ ਆਪਣੇ ਨਾਨੇ ਨੂੰ ਰਾਜ ਭਾਗ ਫਿਰ ਦੇ ਦਿੱਤਾ। ਅਭੈ ਭਗਤ ਹੈ ਜਨ ਦੀਓ। ਜਿਹੜੇ ਆਪਣੇ ਭਗਤ ਸੀ ਉਹਨਾਂ ਨੂੰ ਨਿਰਭੈਤਾ ਦਾ ਪਦਵੀ ਦੇ ਦਿੱਤੀ, ਦਾਨ ਦੇ ਦਿੱਤਾ। ਕਲ ਜੁਗ ਪਰਮਾਨ ਨਾਨਕ ਗੁਰ। ਫਿਰ ਹੈ ਪਰਮੇਸ਼ਰ ਆ ਕਲ ਯੁਗ ਦੇ ਵਿੱਚ ਪਰਮਾਨਿਕ ਸ੍ਰੀ ਗੁਰੂ ਨਾਨਕ ਦੇਵ ਜੀ। ਅੰਗਦ ਅਮਰ ਕਹਾਇਓ। ਆਪ ਜੀ ਗੁਰੂ ਨਾਨਕ ਦੇਵ ਰੂਪ ਹੋਏ ਤੇ ਅੰਗਦ, ਫਿਰ ਅੰਗਦ ਕਹਾਏ ਤੇ ਫਿਰ ਅਮਰ ਗੁਰੂ ਅਮਰਦਾਸ ਮਹਾਰਾਜ ਕਹਾਏ। ਸ੍ਰੀ ਗੁਰੂ ਰਾਜ ਅਬ ਚਲ ਅਟਲ। ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਆਪ ਜੀ ਦਾ ਰਾਜ ਹੈ, ਗੱਦੀ ਰੂਪ, ਉਹ ਅਬ ਚੱਲੈ ਤੇ ਅਟਲ ਹੈ, ਨਾ ਖਤਮ ਹੋਣ ਵਾਲਾ। ਆਦ ਪੁਰਖ ਫਰਮਾਇਓ। ਇਹ ਆਦਿ ਪੁਰਖ ਜੋ ਪਰਮੇਸ਼ਰ ਹੈ ਨਾ, ਉਸਨੇ ਫਰਮਾਇਆ ਹੈ। ਜਿਹੜੇ ਲੋਕ ਕਹਿੰਦੇ ਨਾ ਵੀ ਆ ਗੁਰੂ ਕੀ ਸਿੱਖੀ ਨਹੀਂ ਰਹਿ ਜਾਣੀ ਹੈ, ਸਮਾਪਤ ਹੋ ਜਾਣੇ ਸਿੱਖ ਕਿਸੇ ਦਿਨ ਨੂੰ, ਉਹਨਾਂ ਨੂੰ ਇੱਥੋਂ ਸਿੱਖਿਆ ਲੈ ਲੈਣੀ ਚਾਹੀਦੀ ਵੀ ਆਦਿ ਪੁਰਖ ਫਰਮਾਇਓ। ਆਦਿ ਪੁਰਖ ਪਰਮੇਸ਼ਰ ਨੇ ਫਰਮਾਇਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਜੀ ਦਾ ਜਿਹੜਾ ਰਾਜ ਭਾਗ ਹੈ, ਗੱਦੀ ਰੂਪ ਅਬ ਚਲ ਅਟਾਲੀ ਹੈ, ਨਾ ਖਤਮ ਹੋਣ ਵਾਲਾ। ਦੋਹਰਾ ਅਤਿਆਦਿਕ ਸ੍ਰੀ ਗ੍ਰੰਥ ਮੈਂ। ਇਹ ਸਾਰੀ ਜਿਹੜੀ ਉਪਮਾ ਹੈ ਗੁਰੂ ਨਾਨਕ ਦੇਵ ਮਹਾਰਾਜ ਦੇ ਸੰਬੰਧ ਵਿੱਚ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਕਹਿ ਰਿਹਾ ਇਤਿਆਦਿਕ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਸਵਈਏ ਬ੍ਰਿੰਦ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੰਬੰਧ ਵਿੱਚ ਬਹੁਤ ਸਾਰੇ ਸਵਈਏ ਲਿਖੇ ਹਨ। ਨਿਰੰਕਾਰ ਆਕਾਰ ਭੇ। ਜੋ ਨਿਰੰਕਾਰ ਸੀ ਨਾ ਪਰਮੇਸ਼ਰ, ਉਹੀ ਗੁਰੂ ਨਾਨਕ ਸਾਹਿਬ ਜੀ ਦਾ ਆਕਾਰ ਰੂਪ ਹੋਏ। ਸ੍ਰੀ ਗੁਰ ਆਨੰਦ ਕੰਦ। ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਨੰਦ ਦੇ ਬੱਦਲ ਦਾਤੇ। ਚੌਪਈ ਮੋਹਰ ਮੋਹ ਸ੍ਰੀ ਗ੍ਰੰਥ ਹੈ ਕਹਾ। ਹੈ ਭਾਈ ਸਰੋਤਾ ਜਨੋ, ਗੁਰੂ ਕੇ ਸਿੱਖੋ, ਬਾਰ ਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਕਿਹਾ ਹੈ। ਸੋ ਤਮ ਸਾਚ ਕੇ ਝੂਠੋ ਲਹਾ। ਉਹ ਤੁਸੀਂ ਦੱਸੋ ਵੀ ਸੱਚ ਜਾਣਿਆ ਕਿ ਜਾਂ ਝੂਠ ਜਾਣਿਆ ਹੈ। ਵਾਕ ਗ੍ਰੰਥ ਕੋ ਸਾਚ ਜੋ ਮਨ ਹੈ। ਪਰ ਅਸੀਂ ਕਹਿੰਦੇ ਆ ਵੀ ਜਿਹੜੇ ਗੁਰੂ ਕੇ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨਾਂ ਨੂੰ ਸੱਚ ਕਰਕੇ ਮੰਨਦੇ ਹੈ, ਜਾਣਦੇ ਹੈ ਵੀ ਸਤ ਸਤ ਕੀ ਜਿਹੜੀ ਗੁਰੂ ਕੀ ਬਾਣੀ ਹੈ ਸਤ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਜਿਨ੍ਹਾਂ ਨੇ ਇਸ ਤਰ੍ਹਾਂ ਜਾਣਿਆ ਹੈ, ਨਾਨਕ ਹਰ ਅਵਤਾਰ ਪਛਾਨ ਹੈ। ਉਹ ਗੁਰੂ ਨਾਨਕ ਦੇਵ ਮਹਾਰਾਜ ਨੂੰ ਪਰਮੇਸ਼ਰ ਦਾ ਹੀ ਅਵਤਾਰ ਜਾਣਦੇ ਹੈ, ਬਾਕੀ ਨਹੀਂ ਜਾਣਦੇ। ਉਹ ਬਾਣੀ ਪੜ੍ਹ ਕੇ ਵੀ ਉਲਟਾ ਹੀ ਅਰਥ ਕਰ ਲੈਂਦੇ ਹਨ। ਸ੍ਰੀ ਅਰਜਨ ਕੀ ਰਹਿਤ ਅਗਾਰੀ। ਹੋਰ ਵੀ ਪ੍ਰਮਾਣ ਸੁਣੋ ਸੰਗਤ ਜੀ, ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਹਨ, ਜਿਨ੍ਹਾਂ ਦੇ
ਅੱਗੇ ਉਹਨਾਂ ਜਿਨ੍ਹਾਂ ਦੀ ਆਗਿਆ ਵਿੱਚ ਹਰ ਵੇਲੇ ਸੇਵਾ ਵਿੱਚ ਤਿਆਰ ਬਰ ਤਿਆਰ ਰਹਿੰਦੇ ਸਨ। ਭਇਓ ਗ੍ਰੰਥ ਕੋ ਜੌਨ ਲਿਖਾਰੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਪਹਿਲਾਂ ਲਿਖਾਰੀ ਹੋਏ ਹੈ। ਤਾਂ ਕੀ ਕਹੀ ਸਨਹ ਅਬ ਸਾਖੀ, ਉਹਨਾਂ ਦੀ ਜਿਹੜੀ ਹੁਣ ਕਹੀ ਹੋਈ ਗਵਾਹੀ ਹੈ ਨਾ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਵੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹੈ, ਉਹ ਵੀ ਸੁਣੋ। ਸ੍ਰੀ ਗੁਰਦਾਸ ਨਾਮ ਜਿਉ ਭਾਖੀ, ਜਿਨ੍ਹਾਂ ਦਾ ਨਾਮ ਭਾਈ ਗੁਰਦਾਸ ਜੀ ਹੈ, ਜਿਵੇਂ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਵਡਿਆਈ ਆਖੀ ਹੈ। ਭਾਈ ਗੁਰਦਾਸ ਵਾਚ ਨਿਰੰਕਾਰ ਨਾਨਕ ਦਿਓ। ਇਹ ਭਾਈ ਗੁਰਦਾਸ ਜੀ ਵਾਰਾਂ ਵਿੱਚ ਕਥਨ ਕਰਦੇ ਹੈ, ਜਿਹੜੇ 24ਵੀਂ ਵਾਰ ਹੈ, 5ਵੀਂ ਪੌੜੀ ਹੈ। ਕਹਿੰਦੇ ਹੈ ਕਿ ਜੋ ਨਿਰੰਕਾਰ ਪਰਮੇਸ਼ਰ ਹੈ ਉਹੀ ਉਹ ਗੁਰੂ ਨਾਨਕ ਦੇਵ ਜੀ ਹਨ। ਨਿਰੰਕਾਰ ਆਕਾਰ ਬਣਾਇਆ, ਉਸ ਨਿਰੰਕਾਰ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਜੀ ਦਾ ਆਕਾਰ ਸਰੂਪ ਬਣਾਇਆ। ਗੁਰ ਅੰਗਦ ਗੁਰ ਅੰਗ ਤੇ, ਫਿਰ ਉਹੀ ਉਹ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਅੰਗਾਂ ਤੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬਣਾਇਆ। ਗੰਗਹੁ ਜਾਣਤ ਰੰਗ ਉਠਾਇਆ, ਜਾਣ ਲਓ ਵੀ ਜਿਵੇਂ ਗੰਗਾ ਦੇ ਵਿੱਚੋਂ ਆ ਤਰੰਗਾਂ ਲਹਿਰਾਂ ਉੱਠਦੀਆਂ, ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੋ ਗੰਗਾ ਰੂਪ ਹੈ ਤੇ ਗੁਰੂ ਅੰਗਦ ਦੇਵ ਮਹਾਰਾਜ ਲਹਿਰਾਂ ਰੂਪ ਉੱਠੇ, ਉਹਨਾਂ ਤੋਂ ਹੀ ਹੋਏ। ਅਮਰਦਾਸ ਗੁਰ ਅੰਗਦ, ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਗੁਰੂ ਅਮਰਦਾਸ ਜੀ ਹੋਏ। ਜੋਤ ਸਰੂਪ ਚਲਤ ਵਰਤਾਇਆ, ਜੋ ਜੋਤ ਸਰੂਪ ਆਪ ਹੋ ਕੇ ਇਹ ਚਲਤ ਇਹ ਕੌਤਕ ਵਰਤਾਇਆ। ਗੁਰ ਅਮਰਹੁ ਗੁਰ ਰਾਮਦਾਸ, ਫਿਰ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਗੁਰੂ ਰਾਮਦਾਸ ਜੀ ਹੋਏ। ਅਨਹਦ ਨਾਦਹ ਸ਼ਬਦ ਸੁਨਾਇਆ, ਅਨਹਦ ਜੋ ਹੱਦ ਤੋਂ ਰਹਿਤ ਇੱਕ ਰਾਸੀ ਜੋ ਸ਼ਬਦ ਨਾਦ ਹੈ ਉਹਨੂੰ ਸੁਣਾਇਆ। ਰਾਮਦਾਸ ਅਰਜਨ ਗੁਰੂ, ਫਿਰ ਗੁਰੂ ਰਾਮਦਾਸ ਜੀ ਤੋਂ ਗੁਰੂ ਅਰਜਨ ਦੇਵ ਜੀ ਹੋਏ। ਦਰਸ਼ਨ ਦਰਪਨ ਵਿੱਚ ਦਿਖਾਇਆ, ਜੋ ਦਰਪਣ ਕਹੀਏ ਸ਼ੀਸ਼ਾ ਨਾ, ਗਿਆਨ ਰੂਪੀ ਸ਼ੀਸ਼ੇ ਦੇ ਵਿੱਚ ਅਭੇਦ ਰੂਪੀ ਦਰਸ਼ਨ ਦਿਖਾਇਆ। ਹਰ ਗੋਬਿੰਦ ਗੁਰ ਅਰਜਨ ਹੋ, ਗੁਰੂ ਅਰਜਨ ਸਾਹਿਬ ਜੀ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਹੋਏ। ਗੁਰ ਗੋਬਿੰਦ ਨਾਉ ਸਦਵਾਇਆ, ਜੋ ਗੋਬਿੰਦ ਹੈ ਨਾ ਪਰਮਾਤਮਾ, ਉਸ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਨਾਮ ਸਦਵਾਇਆ, ਰਖਵਾਇਆ। ਗੁਰ ਮੂਰਤ ਗੁਰ ਸ਼ਬਦ ਹੈ, ਗੁਰੂ ਦਾ ਜੋ ਸਰੂਪ ਹੈ ਉਹ ਤੇ ਗੁਰੂ ਦਾ ਸ਼ਬਦ ਹੈ। ਸਾਧ ਸੰਗਤ ਵਿੱਚ ਪ੍ਰਗਟੀ ਆਇਆ, ਗੁਰੂ ਕੀ ਸਾਧ ਸੰਗਤ ਵਿੱਚ ਪ੍ਰਗਟ ਰੂਪ ਹੋ ਕੇ ਆਇਆ। ਪੈਰੀ ਪਾਏ ਸਭ ਜਗਤ ਤਰਾਇਆ, ਇਸ ਤਰ੍ਹਾਂ ਸਤਿਗੁਰਾਂ ਨੇ ਆਪਣੇ ਚਰਨੀ ਪਾ ਕੇ ਸਾਰਾ ਜਗਤ ਹੀ ਤਰਾਇਆ, ਤਾਰਿਆ। ਚੌਪਈ ਔਰ ਲਿਖਿਓ ਬਹੁਤੇ ਸਥਾਨਾ, ਇਸ ਤਰ੍ਹਾਂ ਸਰੋਤੇ ਜਨੋ ਹੋਰ ਵੀ ਬਹੁਤ ਸਥਾਨਾਂ ਤੇ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਲਿਖਿਆ ਹੋਇਆ ਹੈ ਬਹੁਤ। ਪੜ ਕਰ ਗੁਣ ਲੇਵਹੁ ਮਤਵਾਨਾ, ਬੁੱਧੀਵਾਨੋ ਗੁਰੂ ਕੇ ਸਿੱਖੋ, ਆਪਣੀ ਅਕਲ ਨੂੰ ਵਰਤ ਕੇ ਪੜ ਲਓ, ਪੜ ਕਰਕੇ ਵਿਚਾਰ ਲਓ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ ਲਓ, ਭਾਈ ਗੁਰਦਾਸ ਜੀ ਦੀ ਬਾਣੀ ਪੜ ਲਓ, ਕਬਿੱਤ ਸਵਈਏ ਪੜ ਲਓ। ਉੱਥੇ ਬਚਨ ਆਉਂਦਾ ਸਤਿਗੁਰੂ ਨਾਨਕ ਦੇਵ ਪਾਰ ਬ੍ਰਹਮ ਪੂਰਨ ਬ੍ਰਹਮ, ਉਹ ਪੜ ਕੇ ਵੇਖ ਲਓ। ਭਾਈ ਮਣੀ ਸਿੰਘ ਜੀ ਦੀ ਜਿਹੜੀ ਜਨਮ ਸਾਖੀ ਲਿਖੀ ਪੁਰਾਤਨ, ਜਿਹੜੀ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਲਿਖੀ ਹੈ ਸਾਰੇ ਗੁਰੂ ਨਾਨਕ ਦੇਵ ਮਹਾਰਾਜ ਦੇ ਸੰਬੰਧ ਵਿੱਚ, ਉਸ ਤੋਂ ਹੀ ਉਸੇ ਵਾਰ ਦਾ ਜਿਹੜਾ ਟੀਕਾ ਕੀਤਾ ਭਾਈ ਮਣੀ ਸਿੰਘ ਜੀ ਨੇ। ਇਹ ਸਾਰੇ ਗ੍ਰੰਥ ਪੜ੍ਹ ਕੇ ਵੇਖ ਲਓ, ਭਾਈ ਬੁੱਧੀਵਾਨ ਵਿਚਾਰ ਲਓ ਵੀ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਰੂਪ ਹੈ ਕਿ ਨਹੀਂ ਹੈ। ਬਹਰ ਜਨਕ ਰਾਜਾ ਅਵਤਾਰਾ, ਮੁੜ ਜੋ ਤੁਸਾਂ ਨੇ ਕਿਹਾ ਹੈ ਕਿ ਗੁਰਬਾਣੀ 'ਚ ਬਚਨ ਆਉਂਦਾ ਵੀ ਤੂੰ ਤਾਂ ਜਨਕ ਰਾਜਾ ਅਵਤਾਰ, ਇਹ ਜਿਹੜਾ ਜਨਕ ਰਾਜੇ ਦਾ ਅਵਤਾਰ ਲਿਖਿਆ ਹੈ, ਐਸੇ ਲਿਖਿਓ ਗ੍ਰੰਥ ਮਝਾਰਾ, ਉਹ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਭਾਈ। ਸੋ ਉਪਮਾ ਹੈ ਤਿਹ ਕੀ ਦਈ, ਉਹ ਤੇ ਉਪਮਾ ਰਾਜੇ ਜਨਕ ਦੀ ਇਸ ਤਰ੍ਹਾਂ ਦਿੱਤੀ ਹੈ। ਜੋਗ ਭੋਗ
ਦੋਨੋਂ ਸਮ ਕਈ। ਕਿਉਂਕਿ ਜਿਹੜਾ ਰਾਜਾ ਜਨਕ ਸੀ ਉਹ ਪਰਮੇਸ਼ਰ ਦੇ ਨਾਲ ਜੋਗ ਵੀ ਕਰਦਾ, ਭਾਵ ਜੁੜਦਾ ਵੀ ਸੀ। ਉਹ ਨਿਰਲੇਪ ਸੀ, ਇੱਕ ਤੇ ਜੁੜਿਆ ਸੀ ਪਰਮੇਸ਼ਰ ਨਾਲ, ਫਿਰ ਉਹ ਭੋਗ ਰਾਜ ਭਾਗ ਵੀ ਕਰਦਾ, ਗ੍ਰਸਥ ਜੀਵਨ ਵਿੱਚ ਵੀ ਸੀ, ਪਰਮੇਸ਼ਰ ਨਾਲ ਵੀ ਜੁੜਿਆ, ਗ੍ਰਸਥ ਜੀਵਨ ਵੀ ਅਪਣਾਇਆ, ਰਾਜ ਭਾਗ ਵੀ ਕੀਤਾ। ਦੋਵਾਂ ਵਿੱਚ ਉਹ ਸਮ ਰਹਿੰਦਾ ਸੀ, ਬਰਾਬਰ ਹੀ ਰਹਿੰਦਾ ਸੀ। ਜੋ ਗ੍ਰਹਸਥ ਮਹਿ ਜਨਕ ਉਦਾਸੀ। ਜਿਵੇਂ ਉਹ ਰਾਜਾ ਜਨਕ ਗ੍ਰਸਥ ਵਿੱਚ ਉਦਾਸੀ ਉਪਰਾਮ ਰਹਿੰਦਾ ਸੀ, ਤਿਉ ਸ੍ਰੀ ਨਾਨਕ ਭੇ ਸੁਖ ਰਾਸੀ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਜਨਕ ਰਾਜੇ ਵਾਂਗ ਹੋਇਆ, ਸੁੱਖਾਂ ਦੀ ਰਾਸ ਉਪਰਾਮ ਉਦਾਸ ਹੀ ਰਹਿੰਦੇ ਸਨ। ਇਹ ਸੰਸਾਰ ਦੇ ਵਿੱਚ ਨਹੀਂ ਸੀ ਪੈਂਦੇ। ਸੀ ਹੇਤ ਤੇ ਦੂਸਰ ਚਰਨ। ਇਸੇ ਵਾਸਤੇ ਜਿਹੜਾ ਉਹ ਸ਼ਬਦ ਦਾ ਦੂਸਰਾ ਚਰਨ ਹੈ। ਹੋਲ ਅਰਥ ਨੀਕੀ ਵਿਦ ਵਰਨਾ। ਉਹਨਾਂ ਅੱਖਰਾਂ ਵਿੱਚ ਜਿਹੜਾ ਖੋਲ ਕੇ ਅਰਥ ਚੰਗੀ ਤਰ੍ਹਾਂ ਵਰਣਨ ਕੀਤਾ ਹੈ, ਉਸੇ ਤੁਕ ਵਿੱਚ ਹੀ ਰਹੇ ਜਗਤ ਜਲ ਪਦਮ ਵਿਚਾਰ। ਉਹ ਕੀ ਕੀਤਾ ਹੈ ਖੁਲਾਸਾ, ਵੀ ਜਿਵੇਂ ਆ ਜਲ ਦੇ ਵਿੱਚ ਕਵਲ ਜਿਹੜਾ ਹੈ ਨਿਰਲੇਪ ਹੀ ਰਹਿੰਦਾ ਹੈ, ਇਸੇ ਤਰ੍ਹਾਂ ਜਗਤ ਵਿੱਚ ਉਹ ਜਨਕ ਰਾਜਾ ਜਿਹੜਾ ਨਿਰਲੇਪ ਹੀ ਰਹਿੰਦਾ ਸੀ। ਜਾਂ ਤੇ ਕਰ ਲੀਜਾ ਨਿਰਤਾਰ। ਇਸ ਵਾਸਤੇ ਤੁਸੀਂ ਨਿਰਣਾ ਕਰ ਲਓ ਵੀ ਉਹ ਗੱਲ ਵਿੱਚ ਇਹ ਸੀ ਵੀ ਜਿਸ ਤਰ੍ਹਾਂ ਰਾਜਾ ਜਨਕ ਨਿਰਲੇਪ ਰਹਿੰਦਾ ਸੀ, ਰਾਜ ਭਾਗ ਵਿੱਚ ਰਹਿੰਦਿਆਂ ਗੁਰੂ ਨਾਨਕ ਸਾਹਿਬ ਜੀ ਪਾਸ ਵੀ ਰਾਜ ਭਾਗ ਤੇ ਨਿਰਲੇਪ ਹੀ ਰਹਿੰਦੇ ਸਨ। ਸਾਡੇ ਲੋਕਾਂ ਵਾਂਗ ਥੋੜੀ ਉਹ ਰਾਜ ਭਾਗ ਵਿੱਚ ਫਸੇ ਸੀ। ਜੇ ਉਹ ਗੁਰਬਾਣੀ 'ਚ ਬਚਨ ਹੈ, ਤੂੰ ਤਾਂ ਜਨਕ ਰਾਜਾ ਅਵਤਾਰ, ਸ਼ਬਦ ਸੰਸਾਰ ਸਾਰ, ਰਹਿ ਜਗਤਰ ਜਲ ਪਦਮ ਵਿਚਾਰ। ਉਹ ਉਸੇ ਤੁਕ ਦਾ ਹੀ ਜਿੱਥੇ ਬਚਨ ਹੈ ਨਾ, ਤੂੰ ਤਾਂ ਜਨਕ ਰਾਜਾ ਅਵਤਾਰ, ਹੈ ਮਹਾਰਾਜ ਤੂੰ ਤੇ ਰਾਜ ਜਨਕ ਦਾ ਅਵਤਾਰ ਹੈ। ਉਹ ਅਗਲੇ ਪਾਸੇ ਦਾ ਖੁਲਾਸਾ ਕੀਤਾ ਹੈ ਕਿ ਰਹਿ ਜਗਤਰ ਜਲ ਪਦਮ ਵਿਚਾਰ। ਜਿਵੇਂ ਕਵਲ ਫੁੱਲ ਰਹਿੰਦਾ ਤਲਾਅ ਦੇ ਵਿੱਚ ਨਿਰਲੇਪ, ਇਸੇ ਤਰ੍ਹਾਂ ਰਾਜਾ ਜਨਕ ਗ੍ਰਸਥ ਜੀਵਨ ਵਿੱਚ ਰਹਿੰਦਿਆਂ ਹੋਇਆ ਨਿਰਲੇਪ ਸੀ। ਗੁਰੂ ਨਾਨਕ ਸਾਹਿਬ ਇਹ ਸੰਸਾਰ ਰੂਪੀ ਜਿਹੜੇ ਪਦਾਰਥ ਹੈ, ਸੰਸਾਰ ਰੂਪੀ ਸਮੁੰਦਰ ਵਿੱਚ ਜਿਹੜਾ ਪਦਾਰਥਾਂ ਰੂਪੀ ਪਾਣੀ ਹੈ ਤੇ ਗ੍ਰਸਥ ਰੂਪੀ ਜਿਹੜਾ ਤਲਾਅ ਹੈ, ਉਹਦੇ ਵਿੱਚ ਕਮਲ ਵਾਂਗ ਹੀ ਨਿਰਲੇਪ ਹੀ ਰਹਿੰਦੇ ਸਨ। ਇਸ ਤਰ੍ਹਾਂ ਵਿਚਾਰ ਲਈਏ ਤਾਂ ਉਹ ਪ੍ਰਮਾਣ ਦਿੱਤਾ ਹੈ ਭਾਈ। ਦੋਹਰਾ ਆਤ ਉਦਾਰ ਇਹ ਨਿਰਪਤ ਹੈ। ਇਹ ਜਿਹੜਾ ਰਾਜਾ ਸੀ ਨਾ, ਇਹ ਅੱਧ ਦਾ ਹੀ ਉਦਾਰ ਸਖੀ ਦਾਤਾ ਸੀ। ਪਾਇਓ ਇੰਦਰ ਅਵਤਾਰ। ਜਿਵੇਂ ਕਹਿੰਦੇ ਕੋਈ ਰਾਜਾ ਬੜਾ ਸਖੀ ਦਾਤਾ ਹੋਵੇ ਤੇ ਲੋਕ ਕਹਿ ਦਿੰਦੇ ਵੀ ਇਹ ਤੇ ਲੱਗਦਾ ਵੀ ਇੰਦਰ ਰਾਜੇ ਦਾ ਅਵਤਾਰ ਹੋ ਗਿਆ ਹੈ। ਐਸੇ ਉਪਮਾ ਉਰ ਲਖੋ। ਇਸੇ ਤਰ੍ਹਾਂ ਹੀ ਆਪਣੇ ਹਿਰਦੇ ਵਿੱਚ ਉਹ ਉਪਮਾ ਜਾਣ ਲਓ। ਜਨਕ ਹੈ ਕੀ ਸੁਖਕਾਰ। ਵੀ ਜਨਕ ਰਾਜ ਦੀ ਸੁਖ ਕਰਨ ਵਾਲੀ ਉਪਮਾ ਜਾਣ ਲਓ ਵੀ ਰਾਜਾ ਜਨਕ ਵੀ ਨਿਰਲੇਪ ਰਹਿੰਦਾ ਸੀ ਤੇ ਮਹਾਰਾਜ ਵੀ ਨਿਰਲੇਪ ਰਹਿੰਦਾ ਸੀ, ਤਾਂ ਇਹ ਪ੍ਰਮਾਣ ਦਿੱਤਾ ਹੈ। ਉਂਝ ਗੁਰੂ ਨਾਨਕ ਸਾਹਿਬ ਰਾਜੇ ਜਨਕ ਦੇ ਬਿਲਕੁਲ ਨਹੀਂ ਅਵਤਾਰ। ਮਹਾਰਾਜ ਤੇ ਜਨਕ ਸੋਏ ਵੀ ਜਨਕ ਤੇ ਉਹ ਹੈ ਜਿਨ ਜਾਣਿਓ, ਜਿਨੇ ਪਰਮੇਸ਼ਰ ਨੂੰ ਜਾਣਿਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਤੇ ਆਪ ਪਰਮੇਸ਼ਰ ਸਨ, ਗਿਆਨ ਦਾ ਅਵਤਾਰ ਸਨ। ਸੋਨਾ ਸਰੋਤਾ ਹਰਖਤ ਪਏ। ਸੁਣ ਕੇ ਸਾਰੇ ਸਰੋਤੇ ਜਿਹੜੇ ਖੁਸ਼ ਹੋ ਗਏ। ਮਨ ਸੰਦੇਹ ਮਿਟਾਏ। ਮਨ ਦਾ ਜਿਹੜਾ ਸੰਸਾ ਉਹਨਾਂ ਨੇ ਮਿਟਾ ਲਿਆ। ਪਾਇਓ ਧਿਆਏ ਪੂਰਨ ਅਬੈ। ਇਹ ਭਾਈ ਇਸ ਤਰ੍ਹਾਂ ਸਰੋਤਿਆਂ ਨੂੰ ਇਹ ਪ੍ਰਸੰਗ ਸੁਣਾਉਂਦਿਆਂ ਇਹ ਜਿਹੜਾ ਅਧਿਆਇ ਉਹ ਪੂਰਨ ਹੋ ਗਿਆ ਹੈ। ਹੁਣ ਪੜਤ ਸੁਨਤ ਸੁਖਦਾਏ। ਜਿਸ ਨੂੰ ਪੜ੍ਹਨ ਦੇ ਸੁਣਨ ਨਾਲ ਬੜਾ ਸੁੱਖ ਮਿਲਦਾ ਹੈ, ਜਿਸ ਨੂੰ ਪੜ੍ਹਿਆ ਸੁਣਿਆ ਇਹ ਅਧਿਆਇ ਸੁੱਖ ਦਿੰਦਾ ਹੈ। ਜਿਸ ਨੂੰ ਸਰੋਤਿਆਂ ਨੇ ਸੁਣਿਆ ਤੇ ਅਸਾਂ ਨੇ ਪੜ੍ਹਾਇਆ ਤੇ ਆਪ ਪੜ੍ਹਿਆ ਤੇ ਸੁੱਖ ਦਿੱਤਾ, ਇਹ ਅਧਿਆਇ ਤੇ ਸਮਾਪਤ ਹੋ ਗਿਆ ਹੈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸਰੋਤਨ ਸੰਦੇਹ ਮਿਟਾਵਨ ਪ੍ਰਸੰਗ ਵਰਨਰੰਗ ਨਾਮ 37ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਜਿਹੜਾ 37ਵਾਂ ਅਧਿਆਇ ਉਹ ਸਮਾਪਤ ਹੋ ਗਿਆ, ਜਿਸ ਵਿੱਚ ਸਰੋਤਿਆਂ ਨੂੰ ਜੋ ਸੰਸਿਆ ਹੋਇਆ ਸੀ ਗੁਰੂ ਨਾਨਕ ਦੇ ਮਹਾਰਾਜ ਕਥਾ ਸਰਵਣ ਕਰਕੇ
ਉਹ ਸੰਸ਼ੇ ਨੂੰ ਕਵੀ ਸਾਹਿਬ ਜੀ ਨੇ ਪ੍ਰਮਾਣ ਦੇ ਕੇ ਮਿਟਾਉਣਾ ਕੀਤਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਜਿਹੜੀ ਹੈ ਵਿਚਾਰ ਸਾਨੂੰ ਵੀ ਜਿਹੜੀ ਹੈ ਸਰਵਣ ਕਰਾਈ। ਹੁਣ ਇੱਥੇ ਆਪਾਂ ਸਮਾਪਤੀ ਕਰੀਏ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸੁਨ ਸਰੋਤਾ ਹਰਖਤ ਭਏ, ਮਨ ਸੰਦੇਹ ਮਿਟਾਏ, ਭਇਓ ਧਿਆਏ ਪੂਰਨ ਅਬੈ, ਪੜਤ ਸੁਨਤ ਸੁਖਦਾਏ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰ ਬਾਰ ਦੇ, ਸਰੋਤਨ ਸੰਦੇਹ ਮਿਟਾਵਨ ਪ੍ਰਸੰਗ, ਵਰਣਨ ਨਾਮ 37 ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ